ਹਾਲੇਲੂਇਆ ਹਾਲੇਲੂਇਆ। ਹਾਲੇਲੂਇਆ ਆਓ ਪ੍ਰਭੂ ਦੀ ਪ੍ਰਸ਼ੰਸਾ ਕਰਦੇ ਹੋਏ ਅਸੀਂ ਧੰਨਵਾਦ ਦੀ ਭੇਂਟ ਚੜਾਉਂਦੇ ਹਾਂ। ਆਮੇਨ। ਮੈਂ ਖੁਸ਼ ਹੋਇਆ ਜਦ ਮੈਨੂੰ ਆਖਣ ਲੱਗੇ ਹਾਲੇਲੂਇਆ। ਹਾਲੇਲੂਇਆ। ਸੱਚ ਦੇ ਵਿੱਚ ਕੌਣ ਖੁਸ਼ ਹੈ? ਹਾਲੇਲੂਇਆ। ਆਮੇਨ। ਧੰਨਵਾਦ ਕਰਦੇ ਹਾਂ ਥੈਂਕ ਯੂ ਜੀਸਸ। ਕਿਉਂਕਿ ਇਹ ਖੁਸ਼ੀ ਦਾ ਹੀ ਇੱਕ ਮੌਕਾ ਹੈ। ਆਮੇਨ। ਹਾਲੇਲੂਇਆ। ਉਹਦੀ ਮਹਿਮਾ ਕਰਨਾ, ਉਹਦੀ ਵਰਸ਼ਿਪ ਕਰਨਾ, ਇਸ ਤੋਂ ਵੱਧ ਕੇ ਖੁਸ਼ੀ ਕੋਈ ਹੋਰ ਹੋ ਨਹੀਂ ਸਕਦੀ। ਸੱਚ ਹੈ। ਸਾਨੂੰ ਸੱਚਾਈ ਗੱਲ ਆਮੇਨ। ਹਾਲੇਲੂਇਆ। ਹਾਲੇਲੂਇਆ। ਆਓ ਪ੍ਰਭੂ ਦੀ ਮਹਿਮਾ ਲਈ ਭਜਨ ਕਰਾਂਗੇ। ਮੈਂ ਖੁਸ਼ ਹੋਇਆ ਜਦ ਮੈਨੂੰ ਆਖਣ ਲੱਗੇ, ਮੈਂ ਖੁਸ਼ ਹੋਇਆ ਜਦ ਮੈਨੂੰ ਆਖਣ ਲੱਗੇ ਕਿ ਆਓ ਯਹੋਵਾ ਦੇ ਘਰ ਚੱਲੀਏ, ਕਿ ਆਓ ਯਹੋਵਾ ਦੇ ਘਰ ਚੱਲੀਏ। ਮੈਂ ਖੁਸ਼ ਹੋਇਆ ਜਦ ਮੈਨੂੰ ਆਖਣ ਲੱਗੇ, ਮੈਂ ਖੁਸ਼ ਹੋਇਆ ਜਦ ਮੈਨੂੰ ਆਖਣ ਲੱਗੇ ਕਿ ਆਓ ਯਹੋਵਾ ਦੇ ਘਰ ਚੱਲੀਏ, ਕਿ ਆਓ ਯਹੋਵਾ ਦੇ ਘਰ ਚੱਲੀਏ। ਏ ਯਰੂਸ਼ਲਮ ਤੂੰ ਖੁਦਾਵੰਦਾ ਸ਼ਹਿਰ, ਏ ਯਰੂਸ਼ਲਮ ਤੂੰ ਖੁਦਾਵੰਦਾ ਸ਼ਹਿਰ।
चलो आगे रखना तो मैं खुश होया मैं खुश होया आमीन सच खुश रहना पड़ेगा आमीन खुशखबरी सुनी खुशखबरी सुन चुके बंदे ਨੂੰ खुश रहना पएगा ਉਹਦੀ ਜ਼ਿੰਮੇਵਾਰੀ ਹੈ ਇਸ ਕਰਕੇ ਮੈਂ ਖੁਸ਼ ਹੋਇਆ ਜਦੋਂ ਮੈਨੂੰ ਆਖਣ ਲੱਗੇ ਤੇ ਸ਼ੈਤਾਨ ਦੁਖੀ ਹੋਇਆ ਜਦੋਂ ਮੈਂ ਖੁਸ਼ ਹੋਇਆ ਉਦੋਂ ਸ਼ੈਤਾਨ ਦੁਖੀ ਹੁੰਦਾ ਹੈ ਆਮੀਨ ਭਰਾਓ ਭੈਣੋ ਸਾਡਾ ਯੁੱਧ ਇਸ ਯੁੱਗ ਵਿੱਚ ਪੌਲਸ ਵਾਲਾ ਯੁੱਗ ਨਹੀਂ ਹੈ ਕਿਉਂਕਿ ਪੌਲਸ ਦਾ ਯੁੱਗ ਔਰ ਪੌਲਸ ਦਾ ਯੁੱਧ ਸਿਰਫ ਇੱਕ ਘੋੜੇ ਨਾਲ ਸੀ ਪੌਲਸ ਦਾ ਯੁੱਧ ਸਿਰਫ ਇਰੇਨੀਅਸ ਦਾ ਯੁੱਗ ਵੀ ਜੋ ਯੁੱਧ ਸੀ ਉਹ ਇੱਕ ਘੋੜੇ ਨਾਲ ਸੀ ਪਰ ਸਾਡਾ ਯੁੱਧ ਇੱਕ ਨਾਲ ਨਹੀਂ ਹੈ ਕਿਉਂਕਿ ਸਾਡੇ ਯੁੱਗ ਵਿੱਚ ਚਾਰੋਂ ਇਕੱਠੇ ਹੋ ਗਏ ਆ ਉਹ ਚਾਰੋਂ ਸ਼ਕਤੀਆਂ ਇਸ ਯੁੱਗ ਵਿੱਚ ਇਕੱਠੀਆਂ ਹੋ ਗਈਆਂ ਪਰ ਧੰਨਵਾਦ ਹੋਵੇ ਇੱਕ ਗੱਲ ਦੇ ਲਈ ਜਦ ਇਸ ਯੁੱਗ ਦੇ ਵਿੱਚ ਉਹ ਚਾਰੋਂ ਸ਼ਕਤੀਆਂ ਇਕੱਠੀਆਂ ਹੋਈਆਂ ਉਹ ਬਣ ਗਿਆ ਦਰਿੰਦਾ ਉਹ ਬਣ ਗਿਆ ਇਬਲੀਸ ਉਹ ਬਣ ਗਿਆ ਅਜ਼ਗਰ ਲੇਕਿਨ ਅਜ਼ਗਰ ਦਾ ਸ਼ਿਕਾਰ ਕਰਨ ਦੇ ਲਈ ਇੱਕ ਜੰਤੂ ਹੈ ਔਰ ਉਹ ਹੈ ਉੱਡਦਾ ਹੋਇਆ ਉਕਾਬ ਇਸ ਕਰਕੇ ਮੈਂ ਖੁਸ਼ ਹੋਇਆ ਤੇ ਸ਼ੈਤਾਨ ਦੁਖੀ ਹੋਇਆ ਆਓ ਉਹਨੂੰ ਹੋਰ ਦੁਖੀ ਕਰੀਏ ਆਓ ਉਹਨੂੰ ਹੋਰ ਜ਼ਿਆਦਾ ਦੁਖੀ ਕਰੀਏ ਕਿਉਂਕਿ ਉਹਨੂੰ ਵਰਸ਼ਿਪ ਪਸੰਦ ਨਹੀਂ ਹੈ ਉਹਨੂੰ ਤੁਹਾਡਾ ਹੱਥ ਉਠਾਉਣਾ ਪਸੰਦ ਨਹੀਂ ਹੈ ਉਹਨੂੰ ਤੁਹਾਡਾ ਉੱਚੀ ਉੱਚੀ ਨਾਰੇ ਮਾਰਨਾ ਪਸੰਦ ਨਹੀਂ ਹੈ ਪਰ ਤੁਹਾਨੂੰ ਪਤਾ ਹੈ ਜੋਸ਼ੂਆ ਜਦੋਂ ਯੁੱਧ ਜਿੱਤਣ ਜਾ ਰਿਹਾ ਸੀ ਜਰੀਹੋ ਨੂੰ ਗਰਾਉਣ ਜਾ ਰਿਹਾ ਸੀ ਨਾਰੇ ਸਲੋ ਨਹੀਂ ਸਨ ਤਾਰੀਫ ਸਲੋ ਨਹੀਂ ਸੀ ਤਾਰੀਫ ਉੱਚੇ ਸਕੇਲ ਤੇ ਸੀ ਨਾਰੇ ਉੱਚੀ ਬੁਲੰਦ ਆਵਾਜ਼ ਦੇ ਵਿੱਚ ਸੀ ਅੱਜ ਜੇਕਰ ਕੋਈ ਜਿੱਤ ਪਾਉਣਾ ਚਾਹੁੰਦਾ ਆਪਣਾ ਹੱਥ ਉੱਚਾ ਉਠਾਵੇ ਜੇਕਰ ਕੋਈ ਜਿੱਤ ਪਾਉਣਾ ਚਾਹੁੰਦਾ ਆਪਣੀ ਆਵਾਜ਼ ਉੱਚੀ ਉਠਾਵੇ ਹਾਲੇਲੂਇਆ ਸਭ ਉਠਾਉਂਦੇ ਆ ਉਹਦੀ ਤਾਰੀਫ ਕਰਦੇ ਆ ਤੁਹਾਡੀਆਂ ਤਾਲੀਆਂ ਖੁਸ਼ ਕਰਦੀਆਂ ਨੇ ਹਾਲੇਲੂਇਆ ਤੇਰੀ ਮਹਿਮਾ ਹੋ ਯਿਸੂ ਮੇਰੇ ਨਾਲ ਨਾਲ ਰਹਿੰਦਾ ਏ आमीन ਡਰੀ ਨਾ ਮੈਨੂੰ ਬਸ ਕਹਿੰਦਾ ਏ ਲਵ ਯੂ ਲਾਰਡ ਯਿਸੂ ਮੇਰੇ ਨਾਲ ਨਾਲ ਰਹਿੰਦਾ ਏ ਡਰੀ ਨਾ ਮੈਨੂੰ ਬਸ ਕਹਿੰਦਾ ਏ ਮੈਂ ਕਿਉਂ ਡਰਾਂ ਮੈਂ ਕਿਉਂ ਡਰਾਂ मैं क्यों डरा मैं क्यों डरा मेरा जिंदा खुदा मेरे नाल है मैं क्यों डरा मैं क्यों कमी कदे मैनू किसे चीज दी करदा ओ लोड़ पूरी अपने अजीज दी होवेगी ना कमी कदे मैनू किसे चीज दी करदा ओ लोड़ पूरी अपने अजीज दी लभदा अजाली जिवें गुम्मी होई पेड़ नू लभदा अजाली जिवें गुम्मी होई पेड़ नू करदा इंज मेरी पाल है मैं क्यों डरा मैं फिर क्यों डरा
खुदा मेरे नाल है, मैं क्यों डरा, मैं क्यों डरा, मेरा जिंदा खुदा मेरे नाल है। जिथे भी मैं जावां मेरे अगे अगे चलेदा, लखां लख दूत मेरी राखी लईओ कलेदा। जिथे भी मैं जावां मेरे अगे अगे चलेदा, लखां लख दूत मेरी राखी लईओ कलेदा। केड़े लफ्ज़ां नाल ओदा करां धन्नवाद, केड़े लफ्ज़ां नाल ओदा करां धन्नवाद। हर पासे ओदा ही जलाल है, मैं क्यों डरा, मैं फिर क्यों डरा, मेरा जिंदा खुदा मेरे नाल है, मैं क्यों डरा, मैं क्यों डरा, मेरा जिंदा खुदा मेरे नाल है। बादशाह जलाली ओदी शान विच जावांगे, हालेलुया नारे असी सदा ओदे लावांगे। बादशाह जलाली ओदी शान विच गावांगे, हालेलुया नारे असी सदा ओदे लावांगे। लिखना ते गाउणा सानू ओही है सिखाउंदा, लिखना ते गाउणा सानू ओही है सिखाउंदा। ओही साडा सुर नाले ताल है, मैं क्यों डरा, मैं फिर क्यों डरा, मेरा जिंदा खुदा मेरे नाल है, मैं क्यों डरा, मैं फिर क्यों डरा, मेरा जिंदा खुदा मेरे नाल है। यसू मेरे नाल नाल रहिंदा है, डरीदा ओ मैनू बस कहंदा है। यसू मेरे नाल नाल रहिंदा है, डरीदा ओ मैनू बस कहंदा है। मैं क्यों डरा, मैं फिर क्यों डरा, मेरा जिंदा खुदा मेरे नाल है, मैं क्यों डरा, मैं क्यों डरा, मेरा जिंदा खुदा मेरे नाल है। Glory, glory, hallelujah, thank you Jesus। वो जिंदा खुदा जिसने वादा कीता, देखो मैं जुग दे अंत तक तुहाडे नाल हां, मैं तुहानू कदे नहीं छड्डांगा, ना कदे तुहानू त्यागांगा। दुध पिलाउण वाली मां तुहानू छड्ड सकदी है, पर मैं तुहानू कदे नहीं विसारांगा, क्योंकि मैं तुहाडा नाम अपनी हथेली ते उकरिया होया है।
ਅਸੀਂ ਐਸੇ ਪ੍ਰਭੂ ਦਾ ਧੰਨਵਾਦ ਕਰਦੇ ਹਾਂ, यस आमीन ਐਸੇ ਮਹਾਨ ਪਾਤਸ਼ਾਹ ਦਾ ਧੰਨਵਾਦ ਕਰਦੇ ਹਾਂ, ਐਸੇ ਮਹਾਨ ਚਰਵਾਹੇ ਦਾ ਧੰਨਵਾਦ ਕਰਦੇ ਹਾਂ आमीन ਜੋ ਆਪਣੀਆਂ ਭੇਡਾਂ ਦੀ ਪੂਰੀ ਜ਼ਿੰਮੇਵਾਰੀ ਨਾਲ ਰਾਖੀ थैंक ਕਰਦੇ यू ਹਨ। जीसस हालेलुया, थैंक यू जीसस। प्रभु तेरी महिमा, तेरी महिमा। यू मोस्ट वेलकम लॉर्ड खुदावन खुदा तेरे शुक्रगुजार हाँ तेरे प्यार ਲਈ, ਤੇਰੀ ਵਫਾਦਾਰੀ ਲਈ, ਦਿੱਤੇ ਗਏ ਭੇਤਾਂ ਦੇ ਪ੍ਰਕਾਸ਼ ਲਈ, ਦਿੱਤੀ ਗਈ ਬੁਲਾਹਟ ਲਈ, ਜਗਤ ਚੋਂ ਵੱਖਰੇ ਕਰਨ ਲਈ, ਗੰਦ ਮੰਦ ਤੋਂ ਵੱਖਰਾ ਕਰਨ ਲਈ, ਸ਼ੈਤਾਨ ਦੇ ਕੰਮਾਂ ਤੋਂ ਵੱਖਰਾ ਕਰਨ ਲਈ ਅਸੀਂ ਤੇਰੇ ਬੜੇ ਧੰਨਵਾਦੀ ਹਾਂ ਪ੍ਰਭੂ। ਸਵਰਗੀ ਥਾਵਾਂ ਵਿੱਚ ਬਿਠਾਉਣ ਲਈ, ਆਤਮਿਕ ਮੰਨਾ ਖਿਲਾਉਣ ਦੇ ਲਈ, ਜੀਵਨ ਦਾ ਜਲ ਪਿਲਾਉਣ ਲਈ, ਤੇਰੀ ਹਰ ਉਸ ਦਇਆ ਦੇ ਲਈ ਧੰਨਵਾਦੀ ਹਾਂ ਪ੍ਰਭੂ। ਸਾਨੂੰ ਧੋਣ ਲਈ ਧੰਨਵਾਦ, ਸਾਨੂੰ ਨਵੀਂ ਸੂਰਤ ਵਿੱਚ ਲਿਆਉਣ ਲਈ ਧੰਨਵਾਦ, ਆਪਣੀ ਸ਼ਕਲ ਤੇ ਬਣਾਉਣ ਲਈ ਧੰਨਵਾਦ। धन्यवाद लॉर्ड फादर ਖੁਦਾਵੰਦ जीसस ਯਿਸੂ ਮਸੀਹ ਤੇਰੇ ਅੱਗੇ ਝੁਕਦੇ ਹਾਂ ਔਰ ਪ੍ਰਾਰਥਨਾ ਕਰਦੇ ਹਾਂ ਫਿਰ ਤੋਂ ਤੂੰ ਅੱਜ ਸ਼ੈਣੀ ਤੇ ਹਥੌੜੀ ਲੈ यस ਅਤੇ ਸਾਡੀ ਕਢਾਈ ਕਰ ਪ੍ਰਭੂ। ਜਦ ਤੱਕ ਅਸੀਂ ਤੇਰੀ ਸੂਰਤ ਤੇ ਨਹੀਂ ਆ ਜਾਂਦੇ ਤੂੰ ਫਿਰ ਤੋਂ ਸਾਨੂੰ ਨਿਖਾਰ ਪ੍ਰਭੂ, यस ਸਾਨੂੰ ਢਾਲ, ਸਾਨੂੰ ਬਣਾ ਪ੍ਰਭੂ। ਅਸੀਂ ਤੇਰੇ ਹੱਥ ਦੀ ਮਿੱਟੀ ਆ ਅਤੇ ਤੂੰ ਘੁਮਿਆਰ ਹੈ ਪ੍ਰਭੂ। ਆ ਤੇ ਲੈ ਪ੍ਰਭੂ ਸਾਡੇ ਵਿੱਚੋਂ ਪ੍ਰਭੂ ਹਰ ਉਹ ਸਖਤ ਡਲੇ ਨੂੰ ਭੰਨ ਪ੍ਰਭੂ। ਮੁਲਾਇਮ ਮਿੱਟੀ ਬਣਾ ਤਾਂ ਕਿ ਐਸਾ ਬਰਤਨ ਬਣ ਸਕੀਏ ਜਿਹਦੇ ਵਿੱਚ ਆਤਮਿਕ ਦਾਖਰਸ ਪਾਈ ਜਾਏ, ਆਤਮਿਕ ਪਦਾਰਥ ਰੱਖੇ ਜਾਣ। ਸਾਡੀ ਮਦਦ ਕਰ, ਤੇਰਾ ਨਾਮ ਜਲਾਲ ਪਾਏ। ਔਰ ਜਦ ਅਸੀਂ ਪ੍ਰਭੂ ਇੱਥੇ ਵਚਨ ਦੇ ਲਈ ਆਏ ਹਾਂ, ਇਸ ਪੁਲਪਿਟ ਤੇ ਤੇਰਾ ਕਬਜ਼ਾ ਹੋਵੇ, ਤੇਰੇ ਰੂਹ ਦਾ ਜਲਾਲ ਇੱਥੇ ਹੋਵੇ ਪ੍ਰਭੂ। ਪ੍ਰਚਾਰ ਕਰਨ ਵਾਲਾ ਦੂਤ ਇੱਥੇ ਹੋਵੇ ਕਿਉਂਕਿ ਤੇਰੇ ਨਬੀ ਨੇ ਕਿਹਾ ਹੈ ਬਾਈਬਲ ਦੇ ਪੰਨੇ ਮਨੁੱਖੀ ਬੁੱਧ ਨਾਲ ਪਲਟੇ ਜਾ ਸਕਦੇ ਹਨ ਪਰ ਇਹਦੀ ਵਿਆਖਿਆ ਪਵਿੱਤਰ ਆਤਮਾ ਹੀ ਕਰਦਾ ਹੈ। ਪ੍ਰਭੂ ਸਾਨੂੰ ਉਹ ਆਤਮਾ ਚਾਹੀਦਾ ਹੈ, ਉਹ ਜਲਾਲ ਚਾਹੀਦਾ ਹੈ, ਉਹ ਹਜ਼ੂਰੀ ਚਾਹੀਦੀ ਹੈ ਜਿਹਦੇ ਨਾਲ ਤੇਰਾ ਵਚਨ ਖੋਲਿਆ ਜਾਵੇ। ਤੇਰੇ ਲੋਕ ਪ੍ਰਭੂ ਯਿਸੂ ਮਸੀਹ ਇਸ ਪ੍ਰਾਕ੍ਰਿਤਿਕ ਰੋਟੀ ਦੇ ਨਾਲ ਇਸ ਪ੍ਰਾਕ੍ਰਿਤਿਕ ਦਾਖਰਸ ਦੇ ਨਾਲ ਇਸ ਪੁਲਪਿਟ ਤੋਂ ਆਤਮਿਕ ਮੰਨਾ ਖਾ ਕੇ ਜਾ, ਆਤਮਿਕ ਦਾਖਰਸ ਪੀ ਕੇ ਬੜੀ ਬਰਕਤ ਦੇ, ਤੇਰਾ ਨਾਮ ਉੱਚਾ ਹੋਵੇ। ਯਿਸੂ ਮਸੀਹ ਦੇ ਨਾਮ ਪ੍ਰਾਰਥਨਾ ਕਰਦੇ ਹਾਂ, ਆਮੀਨ ਆਮੀਨ। ਖੁਦਾ ਨੂੰ ਬੜੀ ਬਰਕਤ ਦੇ। ਆਓ ਅਸੀਂ ਪਵਿੱਤਰ ਬਾਈਬਲ ਦੇ ਵਿੱਚੋਂ ਮਰਕੁਸ ਦੀ ਅੰਜੀਲ ਮਰਕੁਸ ਦੀ ਅੰਜੀਲ ਉਸ ਦਾ 11ਵਾਂ ਅਧਿਆਇ ਔਰ ਉਹਦੀ 15 16 17 ਤੱਕ ਪੜ੍ਹਦੇ। ਮਰਕੁਸ 11ਵਾਂ ਅਧਿਆਇ ਉਸ ਦੀ 15 16 ਤੇ 17। ਉਹ ਯਰੂਸ਼ਲਮ ਵਿੱਚ ਆਏ ਔਰ ਉਹ ਹੈਕਲ ਵਿੱਚ ਜਾ ਕੇ ਉਹਨਾਂ ਨੂੰ ਜਿਹੜੇ ਹੈਕਲ ਵਿੱਚ ਵੇਚਦੇ ਔਰ ਮੁੱਲ ਲੈਂਦੇ ਸਨ ਕੱਢਣ ਲੱਗਾ ਅਤੇ ਸਰਾਫਾਂ ਦੇ ਤਖਤਪੋਸ਼ ਔਰ ਕਬੂਤਰ ਵੇਚਣ ਵਾਲਿਆਂ ਦੀਆਂ ਚੌਂਕੀਆਂ ਉਲਟਾ ਦਿੱਤੀਆਂ ਔਰ ਕਿਸੇ ਨੂੰ ਹੈਕਲ ਵਿੱਚੋਂ ਦੀ ਭਾਂਡਾ ਲੈ ਕੇ ਲੰਘਣ ਨਾ ਦਿੱਤਾ ਅਤੇ ਉਹਨਾਂ ਨੂੰ ਇਹ ਕਹਿ ਕੇ ਉਪਦੇਸ਼ ਦਿੱਤਾ ਕਿ ਇਹ ਨਹੀਂ ਲਿਖਿਆ ਹੈ ਜੋ ਮੇਰਾ ਘਰ ਸਾਰੀਆਂ ਕੌਮਾਂ ਲਈ ਪ੍ਰਾਰਥਨਾ ਕਰ ਸਦਾਵੇਗਾ, ਪਰ ਤੁਸਾਂ ਉਹਨੂੰ ਡਾਕੂਆਂ ਦੀ ਖੋਹ ਬਣਾ ਛੱਡਿਆ ਹੈ। ਪ੍ਰਭੂ ਆਪਣੇ ਪੜ੍ਹੇ ਗਏ ਵਚਨ ਤੇ ਆਪਣੀ ਬਰਕਤ ਪਾਵੇ। ਉਹਦੇ ਨਾਲ ਹੀ 2 ਕੁਰਿੰਥੀਅੰਸ उसका 6वां अध्याय और 14वीं आयत तो शुरू करते हैं। 2 कुरिन्थियंस 6वां अध्याय Praise the Lord 14वीं 15वीं 16वीं 17वीं 18वीं आयत तक पढ़ देवांगे। ਤੁਸੀਂ ਬੇਪਰਤੀਤਿਆਂ ਨਾਲ ਅਣਸਾਵੇਂ ਨਾ ਜੁਟੋ, मतलब बेप्रतीतियां नाल तुसी जो प्रतीतवान हो बराबर ते ना जाओ, उन्हां दे कम्मां वांगू तुसी ना करो, साਵੇਂ ना जुटो। ਕਿਉਂ ਜੋ ਧਰਮ ਅਤੇ ਕੁਧਰਮ ਕੀ ਸਾਂਝ ਹੈ। ਕੁਧਰ ਧਰਮ ਅਤੇ ਕੁਧਰਮ ਦੀ ਕੀ ਸਾਂਝ ਹੈ। ਇੱਕ ਪਾਸੇ ਧਰਮ ਹੈ ਤੇ ਦੂਸਰੇ ਪਾਸੇ ਕੁਧਰਮ ਹੈ।
ਧਰਮ ਉਹ ਹੁੰਦਾ ਹੈ ਕਿ ਜੋ ਖੁਦਾ ਨੇ ਕਿਹਾ ਮੈਂ ਉਹ ਮੰਨਣਾ ਹੈ। ਤੇ ਕੁਧਰਮ ਉਹ ਹੁੰਦਾ ਕਿ ਮੈਨੂੰ ਸਮਝ ਆਇਆ ਕਿ ਆਹ ਗੱਲ ਸੱਚੀ ਹੈ ਪਰ ਫਿਰ ਵੀ ਮੈਂ ਨਹੀਂ ਮੰਨਣੀ। ਇਹ ਕੁਧਰਮ ਆ। ਮੈਂ ਜਾਣਦਾ ਤੇ ਹਾਂ ਕਿ ਆਹ ਗੱਲ ਸੱਚ ਹੈ ਲੇਕਿਨ ਫਿਰ ਵੀ ਇਹਦੇ ਵਿਰੁੱਧ ਚੱਲਣਾ ਇਹ ਕੁਧਰਮ ਹੈ। ਤੋ ਧਰਮ ਤੇ ਕੁਧਰਮ ਦਾ ਕੋਈ ਮੇਲ ਨਹੀਂ ਹੈ। ਹਾਂਜੀ, ਜਾਂ ਚਾਨਣ ਦਾ ਹਨੇਰੇ ਨਾਲ ਕੀ ਮੇਲ ਹੈ? ਕੁਧਰਮ, ਧਰਮ ਅਤੇ ਕੁਧਰਮ ਦੀ ਕੀ ਸਾਂਝ? ਚਾਨਣ ਅਤੇ ਹਨੇਰੇ ਦਾ ਕੀ ਮੇਲ ਹੈ? ਕੀ ਚਾਨਣ ਤੇ ਹਨੇਰਾ ਇਕੱਠੇ ਰਹਿ ਸਕਦੇ ਆ? ਨਹੀਂ। ਜਿਵੇਂ ਤੁਸੀਂ ਲਾਈਟ ਔਨ ਕਰਦੇ ਹੋ ਉਸੇ ਵੇਲੇ ਹਨੇਰਾ ਚਲਾ ਜਾਂਦਾ। ਮਤਲਬ ਚਾਨਣ ਤੇ ਹਨੇਰਾ ਕਦੇ ਵੀ ਇਕੱਠੇ ਰਹਿ ਨਹੀਂ ਸਕਦੇ। ਹਾਂਜੀ, ਅਤੇ ਮਸੀਹ ਦਾ ਬਲਿਆਲ ਦੇ ਨਾਲ ਕੀ ਮਿਲਾਪ ਹੈ? ਮਸੀਹ ਦਾ ਬਲਿਆਲ ਨਾਲ ਕੀ ਮਿਲਾਪ ਹੈ? ਅਥਵਾ ਪ੍ਰਤੀਤਵਾਨ ਦਾ ਬੇਪ੍ਰਤੀਤ ਨਾਲ ਕੀ ਹਿੱਸਾ ਹੈ? ਵਿਸ਼ਵਾਸੀ ਦਾ ਅਵਿਸ਼ਵਾਸੀ ਨਾਲ ਕੀ ਹਿੱਸਾ ਹੈ? ਪੜੋ। ਅਤੇ ਖੁਦਾ ਦੀ ਹੈਕਲ ਨੂੰ ਮੂਰਤੀਆਂ ਨਾਲ ਕੀ ਵਾਸਤਾ ਤੇ ਹੈ? ਖੁਦਾ ਦੀ ਹੈਕਲ ਨੂੰ ਮੂਰਤੀਆਂ ਨਾਲ ਕੀ ਵਾਸਤਾ? ਹਾਂਜੀ ਤੁਸੀਂ ਅਤ ਮਹਾਨ ਖੁਦਾ ਦੀ ਹੈਕਲ ਹੋ। ਹਾਂਜੀ, ਹਾਂ, ਜਿਵੇਂ ਖੁਦਾ ਦੇ ਵਚਨ ਵਿੱਚ ਲਿਖਿਆ, ਮੈਂ ਉਹਨਾਂ ਵਿੱਚ ਵਾਸ ਕਰਾਂਗਾ ਅਤੇ ਫਿਰਿਆ ਕਰਾਂਗਾ। ਮੈਂ ਉਹਨਾਂ ਵਿੱਚ ਵਾਸ ਕਰਾਂਗਾ ਤੇ ਤੋ ਇਹਦਾ ਮਤਲਬ ਜਦੋਂ ਹੈਕਲ ਤੁਰਦੀ ਹੈ ਤੇ ਵਿੱਚ ਕੌਣ ਤੁਰ ਰਿਹਾ ਹੁੰਦਾ ਹੈ? ਖੁਦਾ ਤੁਰ ਰਿਹਾ ਹੁੰਦਾ। ਕਹਿੰਦਾ ਮੈਂ ਉਹਨਾਂ ਵਿੱਚ, ਕਿਉਂਕਿ ਇੱਥੇ ਲਿਖਿਆ ਅਸੀਂ ਤਾਂ ਆਪ ਅਕਾਲ ਪੁਰਖ ਦੀ ਹੈਕਲ ਹਾਂ, ਜਿਵੇਂ ਲਿਖਿਆ ਹੋਇਆ ਹੈ ਮੈਂ ਉਹਨਾਂ ਵਿੱਚ ਵਾਸ ਕਰਾਂਗਾ ਤੇ ਫਿਰਿਆ ਕਰਾਂਗਾ। ਮੈਂ ਉਹਨਾਂ ਦਾ ਖੁਦਾ ਹੋਵਾਂਗਾ। ਮੈਂ ਉਹਨਾਂ ਦਾ ਖੁਦਾ ਹੋਵਾਂਗਾ ਅਤੇ ਉਹ ਮੇਰੀ ਪ੍ਰਜਾ ਹੋਣਗੇ। ਹਾਂਜੀ, ਇਸ ਲਈ ਉਹਨਾਂ ਵਿੱਚੋਂ ਨਿਕਲ ਆਓ। ਉਹਨਾਂ ਵਿੱਚੋਂ ਨਿਕਲ ਆਓ। ਕਿੰਨਾਂ ਵਿੱਚੋਂ? ਜਿਨ੍ਹਾਂ ਦੇ ਬਾਰੇ ਅਸੀਂ 14ਵੀਂ ਆਇਤ ਚ ਪੜਿਆ। ਪ੍ਰਤੀਤਵਾਨ ਦਾ ਬੇਪ੍ਰਤੀਤੇ ਨਾਲ ਕੀ ਮੇਲ? ਧਰਮੀ ਦਾ ਕੁਧਰਮੀ ਨਾਲ ਕੀ ਮੇਲ? ਚਾਨਣ ਦਾ ਹਨੇਰੇ ਨਾਲ ਕੀ ਮੇਲ? ਐਸੇ ਲੋਕਾਂ ਵਿੱਚੋਂ ਬਾਈਬਲ ਕਹਿ ਰਹੀ ਹੈ ਨਿਕਲ ਆਓ। ਹਾਂਜੀ, ਅਤੇ ਅੱਡ ਹੋਵੋ। ਔਰ ਅੱਡ ਹੋਵੋ। ਪ੍ਰਭੂ ਆਖਦਾ ਹੈ। ਪ੍ਰਭੂ ਆਖਦਾ ਹੈ ਅਤੇ ਕਿਸੇ ਭ੍ਰਿਸ਼ਟ ਵਸਤੂ ਨੂੰ ਹੱਥ ਨਾ ਲਾਓ। ਕਿਸੇ ਭ੍ਰਿਸ਼ਟ ਵਸਤੂ ਨੂੰ ਹੱਥ ਨਾ ਲਾਓ। ਮੈਂ ਤੁਹਾਨੂੰ ਕਬੂਲ ਕਰ ਲਵਾਂਗਾ ਔਰ ਮੈਂ ਤੁਹਾਨੂੰ ਕਬੂਲ ਕਰ ਲਵਾਂਗਾ ਔਰ ਤੁਹਾਡਾ ਪਿਤਾ ਹੋਵਾਂਗਾ। ਤੁਸੀਂ ਮੇਰੇ ਪੁੱਤਰ ਧੀਆਂ ਹੋਵੋਗੇ। ਹਾਂਜੀ, ਇਹ ਵਚਨ ਸਰਵ ਸ਼ਕਤੀਮਾਨ ਪ੍ਰਭੂ ਦਾ ਹੈ। ਆਮੇਨ। ਇਹ ਕਿਸੇ ਆਮ ਬੰਦੇ ਦਾ ਵਚਨ ਨਹੀਂ। ਇਹ ਯਹੋਵਾ ਇੰਜ ਫਰਮਾਉਂਦਾ ਹੈ। ਖੁਦਾਵੰਦ ਤੁਹਾਨੂੰ ਸਭ ਨੂੰ ਬੜੀ ਬਰਕਤ ਦੇ। ਆਓ ਪ੍ਰਾਰਥਨਾ ਕਰਦੇ ਹਾਂ। ਸਾਡੇ ਜਿਉਂਦੇ ਖੁਦਾਵੰਦ ਪ੍ਰਭੂ ਯਿਸੂ ਮਸੀਹ, ਬੜੇ ਸ਼ੁਕਰਗੁਜ਼ਾਰ ਹਾਂ ਅੱਜ ਦੀ ਪਿਆਰੀ ਇਸ ਸ਼ਾਮ ਦੇ ਲਈ। ਤੂੰ ਫਿਰ ਤੋਂ ਸਾਨੂੰ ਆਪਣੀ ਹਜ਼ੂਰੀ ਵਿੱਚ ਸਿਰ ਝੁਕਾਉਣ ਦਾ ਮੌਕਾ ਦਿੱਤਾ। ਪ੍ਰਭੂ, ਇੱਕੋ ਹੀ ਜਗ੍ਹਾ ਜਿੱਥੇ ਸਾਡੇ ਸਿਰ ਝੁਕਦੇ ਹਨ ਔਰ ਇਹ ਤੇਰੀ ਪਾਕ ਹਜ਼ੂਰੀ ਹੈ। ਕਿਉਂਕਿ ਦੁਨੀਆ ਵਿੱਚ ਜਦੋਂ ਅਸੀਂ ਘੁੰਮਦੇ ਹਾਂ ਅਸੀਂ ਆਪਣੇ ਆਪ ਨੂੰ ਬੜਾ ਬਿਹਤਰ ਮਹਿਸੂਸ ਕਰਦੇ ਹਾਂ, ਪਰ ਜਦ ਅਸੀਂ ਤੇਰੀ ਪਵਿੱਤਰ ਹਜ਼ੂਰੀ ਚ ਆਉਂਦੇ ਹਾਂ ਫਿਰ ਸਾਨੂੰ ਮਹਿਸੂਸ ਹੁੰਦਾ ਕਿ ਅਸੀਂ ਬਹੁਤ ਘੱਟ ਹਾਂ। ਸਾਨੂੰ ਆਪਣਾ ਸੁਧਾਰ ਚਾਹੀਦਾ ਹੈ। ਸਾਨੂੰ ਵਧੀਆ ਜੀਵਨ ਜੀਣ ਦੀ ਲੋੜ ਹੈ। ਪ੍ਰਭੂ ਖੁਦਾ, ਅੱਜ ਫਿਰ ਅਸੀਂ ਝੁਕੇ ਹੋਏ ਹਿਰਦੇ ਨਾਲ ਮੰਗਦੇ ਹਾਂ ਕਿ ਤੂੰ ਆਪਣਾ ਜੀਵਨ ਦਾ ਇੱਕ ਵਚਨ ਸਾਡੇ ਲਈ ਖੋਲ ਤਾਂ ਕਿ ਵਚਨ ਸਾਡੇ ਹਿਰਦੇ ਅੰਦਰ ਉਤਰੇ ਔਰ ਅੱਜ ਅਸੀਂ ਤੇ ਤੋਂ ਚੋਖਾ ਪਦਾਰਥ ਖਾ ਸਕੀਏ ਔਰ ਸਾਡੀਆਂ ਠੰਡੀਆਂ ਆਤਮਾਵਾਂ ਸਰਗਰਮ ਹੋਣ, ਢਿੱਲੇ ਮਨ ਤਗੜੇ ਹੋ ਜਾਣ, ਭੇਡ ਦੇ ਗੋਡੇ ਸਿੱਧੇ ਹੋ ਜਾਣ। ਔਰ ਅੱਜ ਫਿਰ ਸ਼ਾਮ ਦੇ ਵਕਤ ਅਮਾਉਸ ਦੇ ਰਾਹ ਵਾਲੀ ਘਟਨਾ ਵਾਪਰੇ ਔਰ ਜਦ ਅਸੀਂ ਆਪਣੇ ਘਰਾਂ ਨੂੰ ਜਾਈਏ ਤੇ ਕਹੀਏ ਕਿ ਜਦ ਉਹ ਸਾਡੇ ਨਾਲ ਗੱਲ ਕਰਦਾ ਸੀ ਕਿ ਸਾਡੇ ਦਿਲ ਗਰਮ ਨਹੀਂ ਸੀ ਹੁੰਦੇ। ਪ੍ਰਭੂ, ਅੱਜ ਹਰ ਇੱਕ ਦਾ ਦਿਲ ਗਰਮ ਹੋ ਕੇ ਜਾਏ, ਖਾਸ ਕਰਕੇ ਇਸ ਕਲੀਸਿਆ ਦਾ ਦਿਲ ਗਰਮ ਹੋਵੇ ਪ੍ਰਭੂ। ਇਹਨਾਂ ਦਾ ਪਿਆਰ ਫਿਰ ਤੋਂ ਸਰਗਰਮੀ ਵਿੱਚ ਆਵੇ ਪ੍ਰਭੂ ਔਰ ਇਹਨਾਂ ਦੀ ਵਰਸ਼ਿਪ ਦੇ ਵਿੱਚ ਫਿਰ ਤੋਂ ਉਹ ਆਨੰਦ ਪਾਇਆ ਜਾਏ ਪ੍ਰਭੂ। ਬੜੀ ਬਰਕਤ ਦੇ। ਦੁਆ ਬੇਨਤੀ ਯਿਸੂ ਮਸੀਹ ਦੇ ਨਾਮ ਚ ਮੰਗਦੇ ਹਾਂ, ਆਮੀਨ। ਤੁਸੀਂ ਬੈਠ ਸਕਦੇ ਹੋ। ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਫਿਰ ਤੋਂ ਮੈਂ ਤੁਹਾਨੂੰ ਸ਼ਾਲੋਮ ਆਖਦਾ ਹਾਂ। ਕੀ ਤੁਸੀਂ ਅੱਜ ਸਵੇਰ ਅੱਜ ਸ਼ਾਮ ਖੁਸ਼ ਹੋ? ਆਮੀਨ। ਮੈਂ ਖੁਸ਼ ਹੋਇਆ ਤੇ ਸ਼ੈਤਾਨ ਦੁਖੀ ਹੋਇਆ। ਮੈਂ ਖੁਸ਼ ਹੋਇਆ ਤਾਂ ਰੋਜ਼ ਉਹਨੂੰ ਕਰਦੇ ਰਹਿਣਾ ਚਾਹੀਦਾ। ਦੁਖੀ ਉਹਨੂੰ ਰੋਜ਼ ਦੁਖੀ ਕਰਦੇ ਰਹਿਣਾ ਚਾਹੀਦਾ। ਔਰ ਉਹ ਤੁਹਾਡੇ ਮੋਬਾਈਲ ਤੇ ਟਿਕ ਟਿਕ ਕਰਨ ਤੋਂ ਦੁਖੀ ਨਹੀਂ ਹੁੰਦਾ, ਹੈ ਨਾ?
ਤੁਹਾਡੇ ਪਰਿਵਾਰਿਕ ਛੋਟੇ ਛੋਟੇ ਝਗੜਿਆਂ ਤੋਂ ਦੁਖੀ ਨਹੀਂ ਹੁੰਦਾ। ਉਹ ਦੁਖੀ ਉਦੋਂ ਹੁੰਦਾ ਜਦੋਂ ਤੁਸੀਂ ਬਾਈਬਲ ਚੱਕਦੇ ਹੋ। ਉਹ ਦੁਖੀ ਉਦੋਂ ਹੁੰਦਾ ਜਦੋਂ ਤੁਸੀਂ ਵਰਸ਼ਿਪ ਕਰਦੇ ਹੋ। ਬਾਕੀ ਸਭ ਗੱਲਾਂ ਵਿੱਚ ਉਹ ਖੁਸ਼ ਆ, ਬਾਕੀ ਸਭ ਗੱਲਾਂ ਵਿੱਚ ਉਹ ਤੁਹਾਡਾ ਫਰੈਂਡ ਆ। ਪਰ ਜਦੋਂ ਤੁਸੀਂ ਬਾਈਬਲ ਚੱਕ ਲੈਂਦੇ ਹੋ, ਜਦੋਂ ਤੁਸੀਂ ਆਮੀਨ ਕਰਨਾ ਸ਼ੁਰੂ ਕਰਦੇ ਹੋ, ਜਦੋਂ ਤੁਸੀਂ ਮੈਸੇਜ ਪੜ੍ਹਨਾ ਸ਼ੁਰੂ ਕਰਦੇ ਹੋ, ਉਦੋਂ ਉਹਨੂੰ ਝਟਕੇ ਵੱਜਣੇ ਸ਼ੁਰੂ ਹੁੰਦੇ ਆ। ਤਾਂ ਇਹ ਝਟਕੇ ਉਹਨੂੰ ਸਦਾ ਮਾਰਦੇ ਰਿਹਾ ਕਰੋ। ਤਾਂ ਅੱਜ ਸ਼ਾਮ ਮੈਂ ਬਹੁਤ ਜ਼ਿਆਦਾ ਟਾਈਮ ਨਹੀਂ ਲਵਾਂਗਾ, ਕਿਉਂਕਿ ਮੈਨੂੰ ਪਤਾ ਹੈ ਤੁਸੀਂ ਦੂਰ ਦੂਰ ਤੋਂ ਆਏ ਹੋ ਔਰ ਘਰ ਵੀ ਜਾਣਾ, ਮੈਂ ਵੀ ਆਪਣੇ ਘਰ ਜਾਣਾ ਚਾਹੁੰਦਾ ਹਾਂ। ਲੇਕਿਨ ਮੇਰੇ ਹਿਰਦੇ ਦੇ ਉੱਤੇ ਇੱਕ ਵਿਸ਼ਾ ਹੈ ਜੋ ਮੈਂ ਤੁਹਾਡੇ ਅੰਦਰ ਰੱਖ ਦੇਣਾ ਚਾਹੁੰਦਾ ਹਾਂ। ਪ੍ਰਭੂ ਬਰਕਤ ਦੇ। ਤਾਂ ਅੱਜ ਮੈਂ ਇੱਕ ਵਿਸ਼ਾ ਤੁਹਾਡੇ ਅੱਗੇ ਪ੍ਰਚਾਰ ਕਰਨਾ ਚਾਹੁੰਦਾ ਹਾਂ, ਹੈਕਲ ਦੇ ਸ਼ੁੱਧੀਕਰਨ ਦੇ ਉੱਤੇ। ਹਾਂਜੀ, ਖੁਦਾਵੰਦ ਤੁਹਾਨੂੰ ਬਹੁਤ ਬਰਕਤ ਦੇ। ਕਿਉਂਕਿ ਕਈ ਵਾਰ ਚਰਚਾਂ ਦੇ ਲੋਕ, ਕਲੀਸਿਆਵਾਂ ਦੇ ਲੋਕ ਕੀ ਕਰਦੇ ਆ ਕਿ ਐਤਵਾਰ ਦੀ ਮੀਟਿੰਗ ਦੇ ਪ੍ਰਤੀ ਲਾਪਰਵਾਹੀ ਹੋ ਜਾਂਦੀ ਹੈ, ਪ੍ਰਭੂ ਭੋਜ ਦੀ ਮੀਟਿੰਗ ਪ੍ਰਤੀ ਲਾਪਰਵਾਹੀ। ਕੰਨ ਮੈਨੂੰ ਦੇ ਦਿਓ। ਦਸ਼ਵੰਤਾਂ ਵਾਲੇ ਪੈਕਟ ਨਹੀਂ ਇੱਥੇ ਚਾਹੀਦੇ। ਤੁਹਾਡੇ ਦਸ਼ਵੰਤਾਂ ਵਾਲੇ ਪੈਕਟ ਨਹੀਂ ਚਾਹੀਦੇ, ਤੁਹਾਡੇ ਇੱਥੇ ਕੰਨ ਚਾਹੀਦੇ। ਕਿਉਂਕਿ ਬਾਈਬਲ ਨੇ ਇਹ ਨਹੀਂ ਕਿਹਾ ਜਿਹਦੇ ਕੋਲ ਪੈਕਟ ਹੈ ਉਹ ਸੁਣੇ, ਜਿਹਦੇ ਕੋਲ ਕੰਨ ਹੈ ਉਹ ਸੁਣੇ। ਭਈ ਆਤਮਾ ਕਲੀਸਿਆ ਨੂੰ ਕੀ ਆਖਦਾ। ਪੈਕਟ ਵੀ ਨਾਲ ਹੀ ਰੱਖਿਓ, ਵੈਸੇ ਉਹਨੂੰ ਬਾਈਪਾਸ ਨਾ ਕਰ ਦਿਓ, ਉਹ ਵੀ ਨਾਲ। ਲੇਕਿਨ ਕਈ ਲੋਕ ਚਰਚ ਦੇ ਵਿੱਚ ਸਿਰਫ ਬੋਝ ਉਤਾਰਨ ਆਉਂਦੇ ਕਿ ਭਾਈ ਮੈਂ ਮਹੀਨੇ ਦਾ ਕਮਾਇਆ ਸੀ, ਉਹ ਜਾ ਕੇ ਪਾਦਰੀ ਨੂੰ ਫੜਾ ਦੇਣਾ। ਪਰ ਜਿਹੜੀ ਗੱਲ ਇੱਥੇ ਪ੍ਰੀਚ ਕੀਤੀ ਜਾ ਰਹੀ ਹੈ ਉਹਦੇ ਵੱਲ ਨਹੀਂ ਧਿਆਨ ਦੇਣਾ। ਨਹੀਂ, ਤੁਸੀਂ ਆਪਣਾ ਹਿੱਸਾ ਜੋ ਸੀਗਾ ਉਹਨੂੰ ਪੂਰਾ ਕਰਨ ਆਏ ਹੋ। ਜੋ ਖੁਦਾ ਦਾ ਹਿੱਸਾ ਤੁਹਾਡੇ ਲਈ ਹੈ ਉਹਨੂੰ ਵੀ ਪ੍ਰਾਪਤ ਕਰਨਾ ਪੈਣਾ ਹੈ, ਉਹਨੂੰ ਵੀ, ਉਸ ਹੱਕ ਨੂੰ ਵੀ ਪੂਰਾ ਕਰਨਾ ਪੈਣਾ ਆ। ਤੋ ਖੁਦਾਵੰਦ ਤੁਹਾਨੂੰ ਬਹੁਤ ਬਰਕਤ ਦੇਵੇ। ਅਸੀਂ ਬਾਈਬਲ ਵਿੱਚੋਂ ਮਰਕਸ ਦੀ ਅੰਜੀਲ ਚੋਂ ਪੜ੍ਹਿਆ ਕਿ ਜਦੋਂ ਯਰੂਸ਼ਲਮ ਦੇ ਵਿੱਚ ਗਿਆ ਤਾਂ ਉਹਨੇ ਹੈਕਲ ਦੇ ਵਿੱਚ ਵਪਾਰ ਹੁੰਦਾ ਵੇਖਿਆ। ਜਦੋਂ ਉਹਨੇ ਗਿਆ ਵੇਖਿਆ ਕਿ ਉੱਥੇ ਖਰੀਦੋ ਫਰੋਖਤ ਹੋ ਰਹੀ ਹੈ, ਸ਼ਰਾਫਾਂ ਦੇ ਬਾਜ਼ਾਰ ਲੱਗੇ ਆ, ਕਬੂਤਰ ਵਿਕ ਰਹੇ ਆ, ਭੇਡਾਂ ਵਿਕ ਰਹੀਆਂ। ਇਹ ਗੱਲ ਤੋਂ ਯਿਸੂ ਮਸੀਹ ਖੁਸ਼ ਨਹੀਂ ਆ ਕਿ ਕਿਆ ਮੇਰੇ ਚਰਚ ਦੇ ਵਿੱਚ ਤਾਂ ਮਾਰਕੀਟ ਬਣੀ ਹੋਈ ਹੈ, ਹੈ ਨਾ? ਖੁਸ਼ ਹੈ? ਨਹੀਂ। ਅੱਜ ਕੱਲ੍ਹ ਲੋਕ ਬਾਜ਼ਾਰ ਵੇਖ ਕੇ ਬੜਾ ਖੁਸ਼ ਹੁੰਦੇ ਆ ਨਾ, ਮਾਰਕੀਟ ਵੇਖ ਕੇ ਬਹੁਤ ਖੁਸ਼ ਹੁੰਦੇ ਨੇ ਕਿ ਦੇਖੋ ਕਬੂਤਰਾਂ ਦੀ ਵੀ ਮਾਰਕੀਟ, ਭੇਡਾਂ ਦੀ ਵੀ ਮਾਰਕੀਟ, ਕਿਆ ਰੌਣਕ ਲੱਗੀ ਹੋਈ ਆ। ਕਿ ਯਿਸੂ ਮਸੀਹ ਐਸੀਆਂ ਗੱਲਾਂ ਦੇਖ ਕੇ ਖੁਸ਼ ਹੈ? ਨਹੀਂ। ਯਰੂਸ਼ਲਮ ਦਾ ਮਤਲਬ ਹੈ ਖੁਦਾਵੰਦ ਦਾ ਘਰ। ਹਾਲੇਲੂਇਆ। ਸ਼ਲੇਮ ਦਾ ਰਾਜਾ, ਯਰੂਸ਼ਲਮ ਦਾ ਰਾਜਾ, ਆਮੀਨ। ਅਰਥਾਤ ਸ਼ਾਂਤੀ ਦਾ ਰਾਜਾ ਕਿੱਥੇ ਵਾਸ ਕਰਦਾ ਹੈ? ਯਰੂਸ਼ਲਮ ਦੇ ਅੰਦਰ। ਤੋ ਯਰੂਸ਼ਲਮ ਦੇ ਅੰਦਰ ਜਦੋਂ ਉਹ ਸ਼ਲੇਮ ਦਾ ਰਾਜਾ ਗਿਆ, ਇਹ ਉਹੀ ਰਾਜਾ ਜੋ ਮਲਕੀਸਦਿਕ ਬਣ ਕੇ ਅਬਰਾਹਮ ਨੂੰ ਉਤਪਤ 24 ਅਧਿਆਇ ਦੇ ਵਿੱਚ ਮਿਲਦਾ ਹੈ। ਹਾਲੇਲੂਇਆ। ਤੋ ਜਦੋਂ ਇਹ ਸ਼ਲੇਮ ਦਾ ਰਾਜਾ ਅਰਥਾਤ ਸ਼ਾਂਤੀ ਦਾ ਰਾਜਕੁਮਾਰ ਮਸੀਹ ਯਿਸੂ ਹੈਕਲ ਦੇ ਵਿੱਚ ਪਹੁੰਚਿਆ ਔਰ ਹੈਕਲ ਨੂੰ ਉਹਨੇ ਵੇਖਿਆ ਕਿ ਉੱਥੇ ਵਪਾਰ ਚੱਲਦਾ ਪਿਆ ਹੈ। ਅੱਜ ਲੋਕ ਮਾਰਕੀਟ ਵੇਖ ਕੇ ਬੜੇ ਖੁਸ਼ ਹੁੰਦੇ। ਅੱਜ ਪਾਦਰੀ ਕੋਈ ਕਨਵੈਨਸ਼ਨਾਂ ਲਗਾਤਾਰ ਕਰਦਾ ਰਹਿੰਦਾ ਔਰ ਇਹ ਜੀ ਸਾਡੀ 17ਵੀਂ ਕਨਵੈਨਸ਼ਨ, ਇਹ ਜੀ ਸਾਡੀ 28ਵੀਂ ਕਨਵੈਨਸ਼ਨ, ਇਹ ਜੀ ਸਾਡੀ 15ਵੀਂ ਕਨਵੈਨਸ਼ਨ ਜਦ ਤੱਕ ਹੋ ਰਹੀ ਹੈ ਉਹ ਕਨਵੈਨਸ਼ਨ ਮੇਲੇ ਦਾ ਰੂਪ ਧਾਰ ਲੈਂਦੀ ਹੈ। ਤੇ ਪਾਦਰੀ ਦੇ ਉਸ ਕਨਵੈਨਸ਼ਨ ਦੇ ਵਿੱਚ, ਜਿੱਦਾਂ ਕਿ ਪੰਜਾਬ ਦੇ ਵਿੱਚ ਪਿਛਲੇ 20-25 ਸਾਲ ਪਹਿਲਾਂ ਇੱਕ ਬੇਦਾਰੀ ਉੱਠੀ ਸੀ, ਮਨੀਰ ਮਸੀਹ ਬੇਦਾਰੀ। ਤੋ ਉਹ ਬੇਦਾਰੀ ਬਾਅਦ ਵਿੱਚ ਮੇਲੇ ਦਾ ਰੂਪ ਧਾਰ ਗਈ। ਤੋ ਉਹਨਾਂ ਦਿਨਾਂ 'ਚ ਪਾਦਰੀ ਸਾਹਿਬ ਬੜੇ ਖੁਸ਼ ਸੀਗੇ ਕਿ ਦੇਖੋ ਸਾਡੀ ਰੌਣਕ ਵਧਦੀ ਜਾ ਰਹੀ ਹੈ, ਸਾਡੇ ਤਾਂ ਰੌਣਕ ਵਧਦੀ ਜਾ ਰਹੀ ਹੈ। ਦੇਖੋ ਦੁਕਾਨਾਂ, ਜਲੇਬੀਆਂ ਵਾਲੀਆਂ ਦੁਕਾਨਾਂ, ਇਹ ਦੁਕਾਨਾਂ ਕਦੇ ਪੀਰਾਂ ਦੀਆਂ ਦਰਗਾਹਾਂ ਤੇ ਲੱਗਦੀਆਂ ਸੀ, ਹੁਣ ਦੇਖੋ ਕਨਵੈਨਸ਼ਨਾਂ ਤੇ ਲੱਗਦੀਆਂ ਨੇ। ਇਹ ਦੁਕਾਨਾਂ ਲੱਗਦੀਆਂ ਪੀਰਾਂ ਦੀਆਂ ਦਰਗਾਹਾਂ ਤੇ। ਜਲੇਬੀਆਂ, ਯੂਪੀ ਦੀ ਮਠਿਆਈ ਜਿਹਨੂੰ ਪਾਥੀ ਕਹਿੰਦੇ ਆ, ਤੋ ਉਹ ਲੱਗਣ ਲੱਗ ਗਈਆਂ। ਫਿਰ ਖਿਡੌਣੇ ਛੋਟੇ ਛੋਟੇ ਔਰ ਇਹ ਸਾਰੀਆਂ ਗੁੱਡੀਆਂ ਪਟੋਲੇ ਕਨਵੈਨਸ਼ਨਾਂ ਤੇ ਵਿਕਣ ਲੱਗੇ। ਪਾਦਰੀ ਸਾਹਿਬ ਬੜੇ ਖੁਸ਼, ਪਾਦਰੀ ਸਾਹਿਬ ਬੜੇ ਖੁਸ਼ ਕਿ ਦੇਖੋ ਸਾਡੀ ਕਨਵੈਨਸ਼ਨ ਤਾਂ ਬੜੀ ਰੰਗੀਨ ਹੋ ਚੁੱਕੀ ਹੈ, ਬੜੀ ਮਜ਼ੇਦਾਰ ਹੋ ਚੁੱਕੀ। ਪਰ ਯਿਸੂ ਜਦੋਂ ਆਪਣੀ ਕਨਵੈਨਸ਼ਨ 'ਚ ਗਿਆ
ਯਿਸੂ ਜਦੋਂ ਆਪਣੇ ਸਥਾਨ ਤੇ ਗਿਆ, ਉਹ ਦੁਕਾਨਾਂ ਵੇਖ ਕੇ ਖੁਸ਼ ਨਹੀਂ ਹੈ, ਉਹ ਵਪਾਰ ਵੇਖ ਕੇ ਖੁਸ਼ ਨਹੀਂ ਹੈ। ਇਸ ਕਰਕੇ ਉਹਨੇ ਇੱਕ ਚਾਬੁਕ ਉਠਾਇਆ, ਉਹਨੇ ਇੱਕ ਕੋਰੜਾ ਉਠਾਇਆ ਅਤੇ ਕੋਰੜਾ ਉਠਾ ਕੇ ਉਹ ਪੁੱਛ ਕਰਨ ਲੱਗਾ। ਹਾਂਜੀ, ਉਹਨੇ ਕਮਾਉਣਾ ਸ਼ੁਰੂ ਕੀਤਾ। ਗੈਟ ਆਊਟ ਫਰੋਮ ਹੇਅਰ, ਨਿਕਲੋ ਇਥੋਂ ਬਾਹਰ, ਕਿਉਂਕਿ ਮੇਰਾ ਘਰ ਪ੍ਰਾਰਥਨਾ ਦਾ ਘਰ, ਮੇਰਾ ਘਰ ਵਰਸ਼ਿਪ ਦਾ ਘਰ ਹੈ। ਇੱਥੇ ਵਪਾਰ ਨਹੀਂ ਹੋਣਾ ਚਾਹੀਦਾ, ਇੱਥੇ ਗੰਦਮੰਦ ਨਹੀਂ ਹੋਣਾ ਚਾਹੀਦਾ, ਇੱਥੇ ਕਿਸੇ ਵੀ ਤਰ੍ਹਾਂ ਦਾ ਚਿੱਕੜ ਨਹੀਂ ਹੋਣਾ ਚਾਹੀਦਾ। ਹਾਲੇਲੂਇਆ, ਗੱਲ ਸਮਝ ਰਹੇ ਹੋ? ਔਰ ਤੁਹਾਨੂੰ ਪਤਾ ਐਂਡ ਟਾਈਮ ਮੈਸੇਜ ਦੀ ਇੱਕ ਬੜੀ ਫੇਮਸ ਆਇਤ ਹੈ। ਕਿਹਨੂੰ ਪਤਾ ਹੈ? ਜੇ ਨਹੀਂ ਪਤਾ ਮੈਂ ਬੋਲ ਦਵਾਂਗਾ। ਐਂਡ ਟਾਈਮ ਮੈਸੇਜ ਦੇ ਵਿੱਚ ਵਿਲੀਅਮ ਬ੍ਰਾਨਮ ਨੇ ਇਸ ਆਇਤ ਨੂੰ ਤਕਰੀਬਨ ਹਰ ਮੈਸੇਜ ਵਿੱਚ ਬੋਲਿਆ, ਯਿਸੂ ਮਸੀਹ ਕੱਲ ਅੱਜ ਤੇ ਜੁਗੋ ਜੁਗ ਇੱਕੋ ਜਿਹਾ ਹੈ। ਇਹ ਆਇਤ ਹਰ ਮੈਸੇਜ ਵਿੱਚ ਬੋਲੀ ਜਾਂਦੀ ਹੈ ਕਿ ਮਸੀਹ ਕੱਲ ਅੱਜ ਤੇ ਜੁਗੋ ਜੁਗ। ਜੇ ਉਹ ਕੱਲ ਯਰੂਸ਼ਲਮ ਵਿੱਚ ਗਿਆ ਤੇ ਉਹ ਅੱਜ ਵੀ ਇੱਕ ਯਰੂਸ਼ਲਮ ਦੇ ਵਿੱਚ ਹੈ। ਔਰ ਹਰ ਇੱਕ ਕਲੀਸਿਆ, ਚਾਹੇ ਉਹ ਜਲੰਧਰ ਦੇ ਵਿੱਚ ਹੈ, ਚਾਹੇ ਉਹ ਬੰਗੇ ਦੇ ਵਿੱਚ ਹੈ, ਚਾਹੇ ਉਹ ਲੁਧਿਆਣੇ ਦੇ ਵਿੱਚ ਹੈ, ਚਾਹੇ ਉਹ ਪੰਜਾਬ ਦੇ ਕਿਸੇ ਵੀ ਹਿੱਸੇ ਵਿੱਚ ਹੈ, ਉਹ ਯਰੂਸ਼ਲਮ ਹੈ। ਹਾਲੇਲੂਇਆ। ਜੇਕਰ ਇਹ ਕਲੀਸਿਆ ਯਰੂਸ਼ਲਮ ਹੈ, ਜੇਕਰ ਇੱਥੇ ਜਰਾ ਵੀ ਹਿਲਜੁਲ ਹੁੰਦੀ ਹੈ, ਜੇਕਰ ਜਰਾ ਵੀ ਇੱਥੇ ਖਰੀਦੋ ਫਰੋਖਤ ਹੁੰਦੀ ਹੈ, ਜਰਾ ਕਿ ਇੱਥੇ ਮਨ ਮਰਜ਼ੀ ਹੁੰਦੀ ਹੈ, ਤੇ ਉਹ ਚਾਬੁਕ ਉਠਾਉਂਦਾ ਹੈ, ਉਸ ਕੋਰੜੇ ਨੂੰ ਉਠਾਉਂਦਾ ਹੈ ਤੇ ਸਫਾਈ ਸ਼ੁਰੂ ਕਰਦਾ ਹੈ। ਕਿਉਂਕਿ ਜੇਕਰ ਇਬਰਾਹਿਮ ਨੇ ਕਿਹਾ, ਜੇਕਰ ਸੇਮ ਯਿਸੂ ਅੱਜ ਫਿਰ ਯਰੂਸ਼ਲਮ ਦੇ ਵਿੱਚ ਹੈ ਤੇ ਉਹ ਗੰਦਗੀ ਧੋਵੇਗਾ, ਉਹ ਗੰਦਗੀ ਕੱਢੇਗਾ, ਕਿਉਂਕਿ ਚਾਨਣ ਤੇ ਹਨੇਰੇ ਦਾ ਕੋਈ ਮੇਲ ਨਹੀਂ, ਧਰਮ ਤੇ ਕੁਧਰਮ ਦਾ ਕੋਈ ਮੇਲ ਨਹੀਂ, ਪ੍ਰਤੀਤਵਾਨ ਤੇ ਬੇਪਰਤੀਤੇ ਦਾ ਆਪਸ ਵਿੱਚ ਕੋਈ ਮੇਲ ਨਹੀਂ। ਔਰ ਬੇਪਰਤੀਤੇ ਨੂੰ ਕੱਢਦਾ ਕੌਣ? ਪਾਸਟਰ ਨਹੀਂ। ਬੇਪਰਤੀਤੇ ਨੂੰ ਕੱਢਦਾ ਕੌਣ ਹੈ? ਪਾਸਟਰ ਨਹੀਂ, ਚਾਬੁਕ ਆਉਂਦਾ ਹੈ। ਹਾਲੇਲੂਇਆ। तो चाबुक की है इस युग दे विच? एंड टाइम मैसेज। हालेलुया। चाबुक कौन है? एंड टाइम मैसेज। और एंड टाइम मैसेज ਜਦੋਂ ਖੁਦਾ ਇੱਕ ਸੇਵਕ ਦੇ ਹੱਥ ਵਿੱਚ ਫੜਾ ਦਿੰਦਾ ਹੈ ਔਰ ਹਰ ਐਤਵਾਰ ਕਮਾਉਂਦਾ ਹੈ, ਆਮੀਨ, ਉਹ ਹਰ ਐਤਵਾਰ ਕਮਾਉਂਦਾ ਹੈ और कई व्यापारी दौड़ने शुरू होंगे, कईयां दे तख्त गिरने शुरू होंगे, कईयां दे बाजार और दुकाना सब खत्म होनियां शुरू होंदियां, क्योंकि मसीह कल अज ते जुगो जुग इको जिहा है। हालेलुया। असीं इत्थे देखिया है, असीं इत्थे देखिया कि यीशु मसीह यरूशलेम दे विच गया, उन्हें सफाई शुरू की और जदों पहले युग दा दूत आया उन्हें क्या ਅਸੀਂ ਆਪ ਜਿਉਂਦੇ ਖੁਦਾ ਦੀ ਹੈਕਲ ਹਾਂ, ਅਸੀਂ ਤਾਂ ਆਪ ਅਕਾਲ ਪੁਰਖ ਦੀ ਹੈਕਲ ਹੈ। ਕਿਹੜੇ ਲੋਕ ਸਮਝ ਰਹੇ ਆ? ਜੇਕਰ ਉਹ ਇੱਟਾਂ ਪੱਥਰਾਂ ਦੀ ਹੈਕਲ ਸਾਫ਼ ਕਰਨ ਵਿੱਚ ਇੰਨਾ ਅਣਖੀ ਹੈ, ਆਮੀਨ, ਸੱਚ, ਪੌਲਸ ਨੇ ਕਿਹਾ ਅਸੀਂ ਹੈਕਲ ਹਾਂ। ਯੈਸ। ਜੇ ਉਹ ਇੱਟਾਂ ਪੱਥਰਾਂ ਦੀ ਹੈਕਲ ਕਰਨ ਸਾਫ਼ ਕਰਨ ਦੇ ਵਿੱਚ ਇੰਨਾ ਅਣਖੀ ਹੈ, ਇੰਨੀ ਚੀਲਸ ਨਾਲ ਭਰ ਜਾਂਦਾ ਉਹ, तो इस हाइकल दे बारे च की ख्याल है? ਇਹਦੇ ਬਾਰੇ ਕੀ ਸੋਚਦੇ ਹੋ? ਕੀ ਉਹ ਇਹਦੇ ਵਿੱਚ ਗੰਦ ਪਾਉਣ ਦੇਵੇਗਾ? ਕੀ ਇਹਦੇ ਵਿੱਚ ਕੋਈ ਭੇਡਾਂ ਬੱਕਰੀਆਂ ਦਾ ਵਪਾਰ ਹੋਣ ਦੇਵੇਗਾ? ਉਹ ਇੱਥੇ ਵੀ ਸਫਾਈ ਚਾਹੁੰਦਾ ਹੈ। ਹਾਲੇਲੂਇਆ। ਉਹ ਇੱਥੇ ਵੀ ਉਹਨੂੰ ਕਲੀਨ ਕਰਨਾ ਚਾਹੁੰਦਾ ਹੈ। ਮੇਰੇ ਨਾਲ ਹੋ। ਮੈਂ ਥੋੜੀ ਤਸਵੀਰ ਦਿਖਾਉਣਾ ਚਾਹੁੰਦਾ ਹਾਂ। ਅੱਜ ਕਿਉਂ ਲੋਕ ਐਤਵਾਰ ਦੀ ਮੀਟਿੰਗ ਪ੍ਰਤੀ ਇੰਟਰਸਟ ਨਹੀਂ ਰੱਖਦੇ, ਕਿਉਂ ਲੋਕ ਪ੍ਰਭੂ ਭੋਜ ਪ੍ਰਤੀ ਇੰਟਰਸਟ ਨਹੀਂ ਰੱਖਦੇ, ਮੈਂ ਸਾਰੀਆਂ ਗੱਲਾਂ ਕਰਕੇ ਸਮਾਪਤ ਕਰ ਦੇਣਾ ਹੈ। ਹਾਲੇਲੂਇਆ। ਬਾਕੀ ਸਫਾਈ ਕਰਨੀ ਨਾ ਕਰਨੀ ਤੁਹਾਡਾ ਪ੍ਰਭੂ ਦਾ ਕੰਮ ਹੈ। ਮੈਂ ਦੱਸਾਂਗਾ ਤੁਹਾਨੂੰ। ਖੁਦਾਵੰਦ ਹਾਲੇਲੂਇਆ। ਤਾਂ ਗੰਦ ਪੈਂਦਾ ਕਿਵੇਂ ਹੈ? ਇਸ ਹੈਕਲ ਦੇ ਵਿੱਚ ਗੰਦ ਕਿਵੇਂ ਪੈਂਦਾ ਹੈ? बस इस गल ते ध्यान दिओ। क्यों पैंदा किसी नूं नहीं पता लगना, ना ही लगता है। हाँ जी, क्योंकि जिहड़ा इस घर विच डस्ट पिया वो इन्हां अखां नाल दिखाई दिंदा,
ਜਿਹੜਾ ਇਸ ਘਰ ਵਿੱਚ ਡਸਟ ਪਿਆ ਉਹ ਇਹਨਾਂ ਅੱਖਾਂ ਨਾਲ ਦਿਖਾਈ ਨਹੀਂ ਦਿੰਦਾ। ਫਿਰ ਇਹਨਾਂ ਇਸ ਡਸਟ ਨੂੰ ਵੇਖਣ ਲਈ ਇੱਕ ਅੱਖ ਚਾਹੀਦੀ ਹੈ। ਆਮੀਨ। ਹਾਲੇਲੂਇਆ। ਇਸ ਗੰਦ ਨੂੰ ਦੇਖਣ ਲਈ ਇੱਕ ਅੱਖ ਚਾਹੀਦੀ। ਔਰ ਉਹਨੂੰ ਯਹੋਵਾ ਦੀ ਅੱਖ ਕਹਿੰਦੇ ਆ। ਔਰ ਯਹੋਵਾ ਦੀ ਅੱਖ ਨਬੀ ਹੁੰਦਾ ਹੈ। ਆਮੀਨ। ਹਾਲੇਲੂਇਆ। ਯਹੋਵਾ ਦੀ ਅੱਖ ਨਬੀ ਹੁੰਦਾ ਹੈ। ਨਬੀ ਹੁੰਦਾ। ਜਦੋਂ ਤੁਸੀਂ ਨਬੀ ਦੀ ਅੱਖ ਨਾਲ ਵੇਖੋਗੇ ਤੁਹਾਨੂੰ ਗੰਦ ਦਿਖਾਈ ਦੇਣਾ ਸ਼ੁਰੂ ਹੋ ਜਾਏਗਾ। ਤੁਹਾਨੂੰ ਚਿੱਕੜ ਦਿਖਾਈ ਦੇਣਾ ਸ਼ੁਰੂ ਹੋ ਜਾਵੇਗਾ। ਆਮੀਨ। ਆਮੀਨ। ਤਾਂ ਜਦੋਂ ਚਿੱਕੜ ਸਾਫ਼ ਹੋ ਜਾਂਦਾ ਫਿਰ ਦਿਲ ਕਰਦਾ ਐਤਵਾਰ ਮੀਟਿੰਗ ਤੇ ਜਾਣ ਨੂੰ। ਫਿਰ ਦਿਲ ਕਰਦਾ ਪ੍ਰਭੂ ਭੋਜ ਦੀ ਮੀਟਿੰਗ 'ਚ ਇੰਟਰਸਟ ਲੈਣ ਨੂੰ। ਕਿਉਂਕਿ ਮੈਂ ਤੁਹਾਨੂੰ ਦੱਸ ਰਿਹਾ ਸੀਗਾ ਕਿ ਲਿਫਾਫੇ ਨਹੀਂ ਚਾਹੀਦੇ, ਕੰਨ ਚਾਹੀਦੇ ਆ। ਅੱਜ ਪ੍ਰਭੂ ਭੋਜ ਦੀ ਮੀਟਿੰਗ ਕਿਹੜੀ ਮੀਟਿੰਗ ਬਣ ਚੁੱਕੀ ਹੈ? ਬੇਦਾਰੀ ਵਾਲੀ ਮੀਟਿੰਗ ਨਹੀਂ, ਰੈਪਚਰ ਵਾਲੀ ਮੀਟਿੰਗ ਨਹੀਂ। ਕਿਉਂਕਿ ਪ੍ਰਭੂ ਭੋਜ ਨਾਲ ਤੁਹਾਡਾ ਰੈਪਚਰ ਜੁੜਿਆ, ਪ੍ਰਭੂ ਭੋਜ ਨਾਲ ਤੁਹਾਡੀ ਬੇਦਾਰੀ ਜੁੜੀ ਆ। ਅੱਜ ਪ੍ਰਭੂ ਭੋਜ ਵਾਲੀ ਮੀਟਿੰਗ ਸਿਰਫ ਲਿਫਾਫਿਆਂ ਨਾਲ ਜੁੜ ਚੁੱਕੀ ਹੈ। ਸੱਚ। ਪ੍ਰਭੂ ਭੋਜ ਦੀ ਮੀਟਿੰਗ ਨੂੰ ਕੀ ਬਣਾਤਿਆ? ਲਿਫਾਫਿਆਂ ਵਾਲੀ ਜਦ ਕਿ ਉਹਨੇ ਕਿਹਾ ਸੀ ਜਿਹੜਾ ਮੈਨੂੰ ਖਾਂਦਾ ਤੇ ਪੀਂਦਾ ਮੈਂ ਉਹਨੂੰ ਅੰਤ ਦੇ ਦਿਨ ਜਿਉਂਦਾ ਉਠਾਵਾਂਗਾ। ਨਾ ਕਿ ਇਹ ਸੀਗਾ ਕਿ ਜਿਹੜਾ ਮੈਨੂੰ ਖਾਂਦਾ ਤੇ ਪੀਂਦਾ ਉਹ ਲਿਫਾਫਾ ਲੈ ਕੇ ਆਵੇ, ਨਹੀਂ। ਹੈਨਾ? ਮੈਂ ਤੁਹਾਡੇ ਨਾਲ ਗੱਲ ਕਰ ਰਿਹਾ। ਯੈਸ। ਲੇਕਿਨ ਇਹ ਇਸ ਤਰ੍ਹਾਂ ਦਾ ਰੂਪ ਲੈਂਦੀ ਜਾ ਰਹੀ ਹੈ। ਇਹ ਮੀਟਿੰਗ ਕੀ ਲੈਂਦੀ ਜਾ ਰਹੀ ਹੈ? ਇਸ ਤਰ੍ਹਾਂ ਦਾ ਰੂਪ ਕਿ ਪ੍ਰਭੂ ਭੋਜ ਲੈਣ ਜਾਣਾ ਲਿਫਾਫਾ ਨਾਲ ਜ਼ਰੂਰ ਚਾਹੀਦਾ। ਲਿਫਾਫਾ ਨਾਲ ਜ਼ਰੂਰ ਚਾਹੀਦਾ। ਨਹੀਂ, ਇਹ ਹੈ ਆ, ਇਹ ਨਾਲ ਜ਼ਰੂਰੀ ਹੈ। ਮੈਂ ਆਮੀਨ ਕਹਿੰਦਾ ਇਸ ਗੱਲ ਤੇ। ਇਹਨੂੰ ਕੱਟਿਆ ਨਹੀਂ ਜਾ ਸਕਦਾ, ਲੇਕਿਨ ਜੋ ਮੁੱਖ ਆ ਉਹਨੂੰ ਅੱਗੇ ਰੱਖਿਆ ਜਾਵੇ। ਹਾਲੇਲੂਇਆ। ਜਿਹੜੀ ਗੱਲ ਮੁੱਖ ਆ ਉਹਨੂੰ ਅੱਗੇ ਰੱਖਿਆ ਜਾਵੇ। ਹਾਲੇਲੂਇਆ। ਹੈਗਾ ਉਹ ਲਿਫਾਫਾ ਵੀ ਵਚਨੀ ਆ, ਆਮੀਨ। ਪਰ ਸਭ ਤੋਂ ਪਹਿਲਾਂ ਉਸ ਯੋਜਨਾ ਨੂੰ ਸਮਝਿਆ ਜਾਵੇ। ਯੈਸ। ਬੜੀ ਬਰਕਤ। ਫਿਰ ਮੈਂ ਤੁਹਾਨੂੰ ਦੱਸਦਾ ਹਾਂ ਕਿ ਕਿਵੇਂ ਇਹ ਹੈਕਲ ਗੰਦੀ ਹੁੰਦੀ ਹੈ ਔਰ ਕਿਵੇਂ ਸਾਫ਼ ਹੋਣੀ ਹੈ। ਆਮੀਨ। ਹਾਲੇਲੂਇਆ। ਆਓ ਮੇਰੇ ਨਾਲ ਦੂਸਰਾ ਇਤਿਹਾਸ, ਪੰਜਾਬੀ ਬਾਈਬਲ ਕਿਹਦੇ ਕੋਲ ਹੈ? ਸਾਰਿਆਂ ਦੇ ਕੋਲ ਹੈ। ਖੁਦਾ ਨੂੰ ਬੜੀ ਬਰਕਤ। ਦੂਸਰਾ ਇਤਿਹਾਸ 27 ਅਧਿਆਇ ਦੀ ਹੈਡਲਾਈਨ ਪੜ੍ਹਨੀ ਆ। ਦੂਸਰਾ ਇਤਿਹਾਸ 27 ਦੀ ਹੈਡਲਾਈਨ ਆਹਾਜ਼ ਦਾ ਭੇੜਾ ਰਾਜ। ਨਾ 27 ਯੋਥਾਮ ਦਾ ਸਫਲ ਰਾਜ। ਯੋਥਾਮ ਦਾ ਸਫਲ ਰਾਜ। ਯਹੂਦਾ ਦੇ ਵਿੱਚ ਇੱਕ ਰਾਜਾ ਹੈ ਯੋਥਾਮ। ਇਹਦਾ ਰਾਜ ਬੜਾ ਸਫਲ ਹੈ, ਬੜੇ ਅੱਛੇ ਕੰਮ ਕੀਤੇ ਇਹਨੇ, ਦਾਊਦ ਦੇ ਰਾਹ ਤੇ ਚੱਲਿਆ। ਉਸ ਤੋਂ ਬਾਅਦ ਅਗਲਾ ਰਾਜਾ ਜੋ ਆ ਰਿਹਾ ਉਹ ਹੈ ਆਹਾਜ਼। ਔਰ ਲਿਖਿਆ ਆਹਾਜ਼ ਦਾ ਰਾਜ ਭੈੜਾ ਹੈ। ਯੈਸ। ਆਹਾਜ਼ ਦਾ ਰਾਜ ਭੈੜਾ ਰਾਜ ਹੈ। ਮੇਰੇ ਨਾਲ ਹੋ? ਆਮੀਨ। ਸਮਝ ਲੱਗੀ? ਆਮੀਨ। ਆਹਾਜ਼ ਦਾ ਰਾਜ ਭੈੜਾ ਰਾਜ ਹੈ। तो की ਇਹਨੇ ਭੈੜਾ ਕੰਮ ਕੀਤਾ? ਇਹਨੇ ਖੁਦਾ ਦੇ ਭਵਨ ਦੇ ਵਿੱਚੋਂ ਦੀਵੇ ਬੁਝਾ ਦਿੱਤੇ। 7 ਸ਼ਮਾਦਾਨ ਸੀਗੇ, ਬੁਝਾ ਦਿੱਤੇ। ਉਹ ਜੋ ਧੂਪ ਦਿਖਾਈ ਜਾਂਦੀ ਸੀ ਉਹ ਬੁਝਾ ਦਿੱਤੀ। ਔਰ ਖੁਦਾ ਦੀ ਭਗਤੀ ਦਾ ਨਾਮੋ ਨਿਸ਼ਾਨ ਮਿਟਾ ਕੇ ਇਹਨੇ ਅਸਥਾਰੇਤ, ਬਾਲ ਔਰ ਇਸ ਤਰ੍ਹਾਂ ਦੇ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਖੜੀਆਂ ਕਰ ਦਿੱਤੀਆਂ। ਇਹਨਾਂ ਚੀਜ਼ਾਂ ਦੇ ਨਾਲ ਜਦੋਂ ਮੂਰਤੀਆਂ ਖੜੀਆਂ ਹੋ ਗਈਆਂ, ਹੈਕਲ ਵਿੱਚ ਗੰਦ ਪੈ ਗਿਆ। ਲੋਕਾਂ ਨੇ ਹੈਕਲ 'ਚ ਜਾਣਾ ਬੰਦ ਕਰ ਦਿੱਤਾ, ਚਰਚ ਵਿੱਚ ਜਾਣਾ ਉਹਨਾਂ ਨੇ ਬੰਦ ਕਰ ਦਿੱਤਾ, ਕਿਉਂਕਿ ਮੂਰਤੀਆਂ ਖੜੀਆਂ ਹੋ ਗਈਆਂ। ਅਸਤਾਰੇਤ ਖੜੀ ਹੋ ਗਈ, ਬਲਿਆਮ ਖੜਾ ਹੋ, ਬਲਿਆਲ ਖੜਾ ਹੋ ਗਿਆ, ਬਾਲ ਖੜਾ ਹੋ ਗਿਆ, ਔਰ ਹਰ ਤਰ੍ਹਾਂ ਦਾ ਭ੍ਰਿਸ਼ਟ ਕੰਮ ਉੱਥੇ ਹੋਣ ਲੱਗ ਗਿਆ। ਮੈਂ ਤੁਹਾਨੂੰ ਆਇਤ ਪੜਾਉਂਦਾ ਹਾਂ। ਪੜ੍ਹਦੇ ਹੋ ਤੁਸੀਂ ਪਹਿਲੀ ਆਇਤ ਤੋਂ। ਆਹਾਜ਼ 20 ਵਰਿਆਂ ਦਾ ਸੀ ਜਦ ਉਹ ਰਾਜ ਕਰਨ ਲੱਗਾ। ਉਸਨੇ 16 ਵਰੇ ਯਰੂਸ਼ਲਮ ਵਿੱਚ ਰਾਜ ਕੀਤਾ, ਪਰ ਉਸਨੇ ਉਹ ਨਾ ਕੀਤਾ ਜੋ ਯਹੋਵਾ ਦੀ ਨਿਗਾਹ ਵਿੱਚ ਠੀਕ ਸੀ, ਜਿੱਦਾਂ ਉਹਦੇ ਪਿਤਾ ਦਾਊਦ ਨੇ ਕੀਤਾ ਸੀ। ਸਗੋਂ ਉਹ ਇਸਰਾਇਲ ਦੇ ਪਾਤਸ਼ਾਹ ਦੇ ਰਾਹਾਂ ਉੱਤੇ ਤੁਰਿਆ ਅਤੇ ਬਿਆਲੀਮ ਦੀਆਂ ਢਾਲੀਆਂ ਹੋਈਆਂ ਮੂਰਤੀਆਂ
ਦੀ ਵੀ ਬਣਾਈ ਵੀ ਬਣਾਈਆਂ। ਇਸ ਤੋਂ ਬਿਨਾ ਉਸਨੇ ਨਿਹੋਮ ਦੇ ਪੁੱਤਰ ਦੀ ਵਾਦੀ ਵਿੱਚ ਧੂਪ ਦਿਖਾਈ ਅਤੇ ਉਹਨਾਂ ਕੌਮਾਂ ਦੇ ਘਿਨਾਉਣੇ ਰਿਵਾਜਾਂ ਅਨੁਸਾਰ ਜਿਨ੍ਹਾਂ ਨੂੰ ਯਹੋਵਾ ਨੇ ਇਜ਼ਰਾਈਲ ਦੇ ਅੱਗੋਂ ਕੱਢ ਦਿੱਤਾ ਸੀ ਆਪਣੇ ਹੀ ਪੁੱਤਰਾਂ ਨੂੰ ਅੱਗ ਵਿੱਚ ਜਲਾਇਆ। ਮਤਲਬ ਉਹਨੇ ਹਰ ਇੱਕ ਉਹ ਘਿਨਾਉਣਾ ਕੰਮ ਤੇ ਹਰ ਉਹ ਬੁਰਾ ਰਿਵਾਜ ਉਹਨਾਂ ਕੌਮਾਂ ਦਾ ਜਿਨ੍ਹਾਂ ਨੂੰ ਯਹੋਵਾ ਉਹਨਾਂ ਦੇ ਖੁਦਾ ਨੇ ਉਹਨਾਂ ਦੇ ਅੱਗੋਂ ਕੱਢ ਦਿੱਤਾ ਸੀ ਉਹਨੂੰ ਕਰਨਾ ਸ਼ੁਰੂ ਕਰ ਦਿੱਤਾ। ਇਸ ਕਰਕੇ ਯਰੂਸ਼ਲਮ ਦੇ ਵਿੱਚ ਜੋ ਹੈਕਲ ਸੀ ਉਹ ਗੰਦੀ ਹੋ ਗਈ, ਡਸਟ ਨਾਲ ਭਰ ਗਈ, ਚਿੱਕੜ ਨਾਲ ਭਰ ਗਈ। ਮੈਂ ਸਾਰਾ ਨਹੀਂ ਅਧਿਆਇ ਪੜਾਂਗਾ। ਲੇਕਿਨ ਉਸ ਤੋਂ ਬਾਅਦ ਇੱਕ ਹੋਰ ਰਾਜਾ ਖੜਾ ਹੁੰਦਾ ਹੈ ਜਿਹਦਾ ਨਾਮ ਹੈ ਹਿਜ਼ਕੀਆ। ਆਮੀਨ ਹਾਲੇਲੂਇਆ। ਆਹਾਜ਼ ਤੋਂ ਬਾਅਦ ਇੱਕ ਰਾਜਾ ਆ ਰਿਹਾ ਹੈ तो हिजकिया ਦਾ ਰਿਕਾਰਡ ਜੋ ਹੈ ਉਹਦੀ ਲਾਈਫ ਦਾ ਰਿਕਾਰਡ ਯਸ਼ਾਇਆ 29 ਵਿੱਚ ਪਾਇਆ ਜਾਂਦਾ ਹੈ। ਜਦ ਉਹ ਕੰਧ ਵੱਲ ਮੂੰਹ ਕਰਕੇ ਦੁਆ ਕਰਦਾ ਹੈ ਤੇ ਕਹਿੰਦਾ ਖੁਦਾ ਤੂੰ ਚੇਤੇ ਕਰ ਮੈਂ ਤੇਰੇ ਨਾਲ ਕਿੰਨੀ ਖਰਿਆਈ ਵਿੱਚ ਚੱਲਿਆ। ਤੋ ਇਹਦਾ ਮਤਲਬ ਇਹ ਉਹ ਰਾਜਾ ਹੈ ਜਿਹੜਾ ਖਰਿਆਈ ਨਾਲ ਚੱਲਦਾ ਹੈ। ਹਾਲੇਲੂਇਆ ਹਾਲੇਲੂਇਆ। ਆਮੀਨ ਆਹਾਜ਼ ਭੈੜਾ ਰਾਜਾ ਹੈ ਲੇਕਿਨ ਹਿਜ਼ਕੀਆ ਖਰਾ ਰਾਜਾ ਹੈ। ਆਮੀਨ ਤੋ ਇਹਦੀ ਖਰਿਆਈ ਵੱਲ ਵੇਖਦੇ ਹਾਂ ਅਸੀਂ ਕਿ ਕੀ ਹੁੰਦਾ ਹੈ। 29 ਦੀ ਪਹਿਲੀ ਆਇਤ। ਹਿਜ਼ਕੀਆ 25 ਵਰਿਆਂ ਦਾ ਸੀ ਹਿਜ਼ਕੀਆ 25 ਵਰਿਆਂ ਦਾ ਸੀ ਜਦ ਉਹ ਰਾਜ ਕਰਨ ਲੱਗਾ ਜਦ ਉਹ ਰਾਜ ਕਰਨ ਲੱਗਾ ਅਤੇ ਉਸ 29 ਵਰੇ ਯਰੂਸ਼ਲਮ ਵਿੱਚ ਰਾਜ ਕੀਤਾ। ਉਹਨੇ 29 ਵਰੇ ਯਰੂਸ਼ਲਮ ਵਿੱਚ ਰਾਜ ਕੀਤਾ। ਉਹਦੀ ਮਾਂ ਦਾ ਨਾਮ ਅਬੀਆ ਸੀ ਜੋ ਜ਼ਕਰੀਆ ਦੀ ਧੀ ਸੀ ਅਤੇ ਸਭ ਕੁਝ ਜੋ ਉਸਦੇ ਪਿਓ ਦਾਊਦ ਨੇ ਕੀਤਾ ਸੀ ਉਸਨੇ ਉਸੇ ਤਰ੍ਹਾਂ ਉਹ ਕੰਮ ਕੀਤਾ ਜੋ ਯਹੋਵਾ ਦੀ ਨਿਗਾਹ ਵਿੱਚ ਠੀਕ ਸੀ। ਉਸਨੇ ਆਪਣੇ ਰਾਜ ਦੇ ਪਹਿਲੇ ਵਰੇ ਦੇ ਪਹਿਲੇ ਮਹੀਨੇ ਯਹੋਵਾ ਦੇ ਭਵਨ ਦੇ ਦਰਵਾਜ਼ਿਆਂ ਨੂੰ ਖੋਲ੍ਹਿਆ। ਪ੍ਰੇਜ਼ ਦ ਲਾਰਡ। ਆਮੀਨ ਅਤੇ ਇੱਕ ਧਰਮੀ ਬੰਦਾ ਜੋ ਖੁਦਾ ਨੂੰ ਪਿਆਰ ਕਰਨ ਵਾਲਾ ਹੈ ਉਹ ਕੌਣ ਸੀ? ਦਾਊਦ। ਕੌਣ ਸੀ? ਦਾਊਦ। ਦਾਊਦ ਕਹਿੰਦਾ ਮੈਂ ਦਿਆਰ ਵਿੱਚ ਰਹਿੰਦਾ ਹਾਂ, ਮੈਂ ਖੁਸ਼ਬੂਦਾਰ ਮਹਿਲ ਵਿੱਚ ਰਹਿੰਦਾ ਹਾਂ, ਪਰ ਮੇਰੇ ਖੁਦਾ ਦਾ ਸੰਦੂਕ ਪਰਦਿਆਂ ਵਿੱਚ ਹੈ। ਇਹ ਗੱਲ ਮੈਨੂੰ ਪਸੰਦ ਨਹੀਂ, ਇਹ ਗੱਲ ਉਹਦੇ ਕੋਲ ਬਰਦਾਸ਼ਤ ਨਹੀਂ ਸੀ ਹੁੰਦੀ। ਇਸ ਕਰਕੇ ਉਹਨੇ ਕਿਹਾ ਮੈਂ ਖੁਦਾ ਦਾ ਭਵਨ ਬਣਾਵਾਂਗਾ। ਖੁਦਾ ਨੇ ਕਿਹਾ ਕਿ ਦਾਊਦ तेरी मंशा अच्छी है, तेरा विचार बिल्कुल अच्छा है, लेकिन तू भवन नहीं बनाएगा क्योंकि तू खून बहुत बहाया, तेरे हत्था ने खून बहुत बहाया, इस करके तू नहीं भवन बनाएगा पर तेरा बेटा। लेकिन खुदा जानता है कि दाऊद नू खुदा दी हजूरी नाल बहुत प्यार है, इसे करके ये ओदा ही गाया गीत अज तक दुनिया भर विच गाया जाता है। मैं खुश होया जदों मैनू आखन लगे कि आओ खुदावन दे घर चलिए। हालेलुया। तो ओदियां राहां ते चलण वाला एक राजा खड़ा होया है जिहदा नाम है हिजकिया। जे ये दाऊद दियां राहां ते है इहदा मतलब ये भवन नू प्यार करन वाला है, ये खुदा दी हजूरी नू प्यार करन वाला है। कई सालां तो खुदा दे भवन दे दरवाजे बंद सन, तो जिहड़ी चीज़ बंद पई हुई होवे, हाँ जी, उतों दा मार्बल चमकदा नहीं, उतों दियां घंटियां चमक सकदियां नहीं, को पड़दा उथे अच्छा साफ सुथरा दिखाई दे सकदा नहीं। लंबे समय तो भवन बंद, गंद पिया होया, डस्ट पिया होया। लेकिन कुछ सालां बाद हिजकिया जदों राजगद्दी ते आया, उन्हें सब तो पहला काम जो किया उन्हें भवन दा दरवाजा खोलिया। मैं अपने चर्च विच गल कर रहा सी, जद तुहाडी जिंदगी च आहाज राजा आउंदा है, मतलब मूर्ति पूजा आउंदी है, तुहाडी जिंदगी च की आउंदा है? तो कौन लैके आउंदा? आहाज। ਤੁਸੀਂ ਕਹੋ ਆਹਾਜ਼ ਕਿਵੇਂ ਆ ਗਿਆ ਮੇਰੀ ਜ਼ਿੰਦਗੀ 'ਚ? ਜਦੋਂ ਤੁਸੀਂ ਬੱਚੇ ਨੂੰ ਪਿੱਛੇ ਸੁੱਟ ਦਿੰਦੇ ਹੋ, ਇਹ ਆਹਾਜ਼ ਹੈ। ਤੁਸੀਂ ਕਹੋ ਕਿ ਅਸੀਂ ਤੇ ਮੂਰਤੀ ਪੂਜਾ ਕਰਦੇ ਨਹੀਂ, 10 ਸਾਲ ਹੋ ਗਏ ਭਾਈ ਕੁਲਦੀਪ ਨਾਲ ਸੰਗਤੀ ਕਰਦਿਆਂ ਨੂੰ,
ਅਸੀਂ ਤੇ ਮੂਰਤੀ ਪੂਜਾ ਕਰਦੇ ਨਹੀਂ। ਭਾਈ ਬ੍ਰਾਹਨਮ ਨੇ ਕਿਹਾ ਮੂਰਤੀ ਪੂਜਾ ਦਾ ਮਤਲਬ ਸਿਰਫ ਉਹਨਾਂ ਕਾਠ ਪੱਥਰ ਦੇ ਉਹਨਾਂ ਸਟੈਚੂਆਂ ਅੱਗੇ ਝੁਕਣਾ ਹੀ ਨਹੀਂ ਹੈ। ਕੁਝ ਆਦਤਾਂ ਵੀ ਤੁਹਾਡੇ ਅੰਦਰ ਮੂਰਤੀ ਪੂਜਾ ਹੈ। ਬੜੀ ਹਾਮੀ ਘੱਟ ਭਰੀ ਗਈ ਹੈ। ਕੁਝ ਆਦਤਾਂ ਵੀ ਤਾਂ ਤੁਹਾਡੀਆਂ ਮੂਰਤੀ ਪੂਜਾ। ਨਬੀ ਨੇ ਕਿਹਾ ਉਹ ਚੀਜ਼ ਜਿਹਨੂੰ ਤੁਸੀਂ ਖੁਦਾ ਦੀ ਜਗ੍ਹਾ ਦੇ ਦਿੰਦੇ ਹੋ ਉਹ ਮੂਰਤੀ ਹੈ। ਤੁਹਾਡਾ ਕੰਮ ਮੂਰਤੀ ਹੈ ਜਦੋਂ ਤੁਸੀਂ ਉਹਨੂੰ ਖੁਦਾ ਦੀ ਜਗ੍ਹਾ ਤੋਂ ਵੀ ਉੱਪਰਲਾ ਸਥਾਨ ਦੇ ਦਿੰਦੇ ਹੋ। ਐਤਵਾਰ ਮੀਟਿੰਗ ਤੇ ਤਾਂ ਜਾਣਾ ਬਣਦਾ ਸੀ ਪਰ ਕੰਮ ਜ਼ਰੂਰੀ ਹੈ। ਐਤਵਾਰ ਮੀਟਿੰਗ ਤੇ ਜਾਣਾ ਸੀ ਪਰ ਰਿਸ਼ਤੇਦਾਰ ਆ ਗਏ। ਐਤਵਾਰ ਮੀਟਿੰਗ ਤੇ ਤਾਂ ਜਾਣਾ ਸੀ ਪਰ ਮੇਰਾ ਦੋਸਤ ਆ ਗਿਆ। ਸਮਝ ਰਹੇ ਹੋ? ਕਈਆਂ ਦੇ ਅੰਦਰ ਰਿਸ਼ਤੇਦਾਰੀਆਂ ਮੂਰਤੀ ਪੂਜਾ, ਕਈਆਂ ਦੇ ਅੰਦਰ ਉਹਨਾਂ ਦਾ ਕਾਰੋਬਾਰ, ਕਈਆਂ ਦੇ ਅੰਦਰ ਉਹਨਾਂ ਦਾ ਫੈਸ਼ਨ, ਕਈਆਂ ਦੇ ਅੰਦਰ ਲਾਪਰਵਾਹੀ। ਤੁਹਾਡੀ ਨੀਂਦ ਵੀ ਤੁਹਾਡੇ ਅੰਦਰ ਮੂਰਤੀ ਪੂਜਾ ਹੈ। ਆਮੀਨ। ਖੁਦਾ ਦਾ ਸਮਾਂ ਤੁਸੀਂ ਨੀਂਦ ਨੂੰ ਦੇ ਰਹੇ ਹੋ, ਇਹ ਮੂਰਤੀ ਪੂਜਾ ਹੈ। ਬੰਦਗੀ ਦਾ ਟਾਈਮ ਤੁਸੀਂ ਹੋਰ ਚੀਜ਼ਾਂ ਨੂੰ ਦੇ ਰਹੇ ਹੋ, ਇਹ ਮੂਰਤੀ ਪੂਜਾ। ਤੇ ਤੁਹਾਡਾ ਮੋਬਾਈਲ ਜੇਕਰ ਇਹ ਖੁਦਾ ਦੀ ਜਗ੍ਹਾ ਲੈ ਚੁੱਕਾ ਹੈ, ਇਹ ਮੂਰਤੀ ਪੂਜਾ ਹੈ। ਇਹ ਹੈ ਆਹਾਜ਼। तो जो आहाज आया दरवाजे बंद हो गए। जो आहाज आया जो दरवाजे बंद हुए, हैकल गंदी, हैकल की हो गई डस्ट नाल भर गई, चिक्कड़ नाल भर गई, विठा नाल भर गई, तरह तरह का काचा माचा हो गया उथे। हाँ? तो जद तक तुहाडे दिल का दरवाजा बंद है, इत्थे गंद पैना। तुसी 2 हफ्ते बंदगी च ना आओ, उस तो बाद देखो जिंदगी गंदी है। कोई हामी भर रहा? हाँ, तुसी 2 हफ्ते मीटिंग ना करो, 3 हफ्ते मीटिंग ना करो, उस तो बाद देखो कितना चिक्कड़ जम्मिया पिया। फिर अंदर हिजकिया खड़ा होना चाहिए, फिर अंदर धर्मी पुरख खड़ा होना चाहिए इस यरूशलेम दे अंदर, क्योंकि जेकर आहाज है तो दरवाजे बंद होंगे, जे हिजकिया ते दरवाजे खुलेंगे। आमीन। हालेलुया। भाई जी तालियां जोर जोर मारो, ऐना जोर मारो, क्योंकि जो तुम पता जो ओपनिंग होंगी है तो तालियां बजदियां। जो लोग दरवाजा खोलते हैं पहली बार, रिबन कटिया जाता तो उदों की बज रहा होंदा। तो हुण मैं कह रहा जो हिजकिया होंदा उदों दरवाजा खोलता है। कुछ तालियां की आवाज होनी चाहिए है। हालेलुया। और इथे हिजकिया आया तो सब तो पहला काम जो ओदे रिकॉर्ड विच लिखा, ओदे राज दे रिकॉर्ड विच सब तो पहला काम जो आया वो आ कि उन्हें हैकल दा दरवाजा खोलिया। तो जो हैकल दा दरवाजा खोलिया, पढ़ो मेरे नाल अगली आयत। अते सब कुछ जो ओदे प्यो दाऊद ने कीता सी, लेवियां नूं ले आया अते उन्हां नूं पूरब वाल मैदान विच इकट्ठियां कीता अते उन्हां नूं आख्या, हे लेवियो मेरी सुनो, हुण तुसीं अपने आप नूं पवित्र करो। देखो जे भवन अशुद्ध हो चुका सी ते लेवी भी अशुद्ध हो चुके। लेवी की हो चुके सन अशुद्ध हो चुके। हुण भाई जी तुसीं कहोगे लेवी तो लगदा पास्टर होणगे, जाजक ते लगदा इत्थे पास्टर कल्ला जाजक नहीं, बाइबल तुहानू सारियां नू जाजक कहंदी है। क्योंकि संत पतरस ने कहा तुसी जाजकां दी शाही मंडली ते खुदा दा चुनिया होया वंश हो। जदों हैकल बंद हुंदी आ सारे ही भ्रिष्ट हो जाते, सब लोग होके भ्रिष्ट हो। कहंदा है जाजको ते लेवियो
ਆਪਣੇ ਆਪ ਨੂੰ ਪਵਿੱਤਰ ਕਰੋ। ਹਾਂਜੀ, ਅਤੇ ਆਪਣੇ ਪਿਓ ਦਾਦੇ ਦੇ ਖੁਦਾ ਯਹੋਵਾ ਦੇ ਇਸ ਭਵਨ ਨੂੰ ਪਵਿੱਤਰ ਕਰੋ ਅਤੇ ਇਸ ਪਵਿੱਤਰ ਸਥਾਨ ਵਿੱਚੋਂ ਮੈਲ ਨੂੰ ਕੱਢ ਕੇ ਬਾਹਰ ਲੈ ਜਾਓ। ਮੈਲ ਨੂੰ ਕੱਢ ਕੇ ਬਾਹਰ ਲੈ ਜਾਓ। ਤੋ ਜਦੋਂ ਹਿਜ਼ਕੀਆ ਉੱਠਦਾ ਉਹ ਕੀ ਕਰਦਾ ਆ? ਮੈਲ ਕੱਢਦਾ। ਆਮੀਨ। ਅੱਜ ਤੁਹਾਡੇ ਅੰਦਰ ਕੌਣ ਆਉਣਾ ਚਾਹੀਦਾ ਹੈ? ਹਿਜ਼ਕੀਆ। ਕਿਹਨੂੰ ਉੱਠਣਾ ਚਾਹੀਦਾ ਹੈ? ਆਮੀਨ। ਹਿਜ਼ਕੀਆ ਨੂੰ। ਆਮੀਨ। ਕਿਉਂਕਿ ਆਹਾਜ਼ ਅੰਦਰ ਰਵੇਗਾ ਤੇ ਮੂਰਤੀ ਪੂਜਾ ਹੋਰ ਆਵੇਗੀ। ਹਾਂ, ਮੋਬਾਈਲ ਤੇ ਟਾਈਮ ਜ਼ਿਆਦਾ ਵਧੇਗਾ, ਰਿਸ਼ਤੇਦਾਰੀਆਂ ਨੂੰ ਟਾਈਮ ਜ਼ਿਆਦਾ ਦਿੱਤਾ ਜਾਏਗਾ, ਨੀਂਦ ਨੂੰ ਸਮਾਂ ਜ਼ਿਆਦਾ, ਕੰਮਾਂ ਨੂੰ ਸਮਾਂ ਜ਼ਿਆਦਾ, ਜਦ ਤੱਕ ਇਹ ਆਹਾਜ਼ ਅੰਦਰ ਹੈ। ਪਰ ਜਦੋਂ ਹਿਜ਼ਕੀਆ ਆਉਂਦਾ ਉਹ ਭਵਨ ਦਾ ਦਰਵਾਜ਼ਾ ਖੋਲਦਾ ਹੈ। ਫਿਰ ਤੁਹਾਡਾ ਦਿਲ ਕਰਦਾ ਬੰਦਗੀ ਕਰਨ ਨੂੰ, ਫਿਰ ਦਿਲ ਕਰਦਾ ਪਾਸਟਰ ਨੂੰ ਘਰ ਬੁਲਾਉਣ ਨੂੰ, ਫਿਰ ਦਿਲ ਕਰਦਾ ਮੈਸੇਜ ਚੱਕਣ ਨੂੰ, ਫਿਰ ਦਿਲ ਕਰਦਾ ਬਾਈਬਲ, ਫਿਰ ਦਿਲ ਕਰਦਾ ਫਾਸਟਿੰਗ ਕਰਨ ਨੂੰ। ਕਿਉਂ? ਕਿਉਂਕਿ ਹਿਜ਼ਕੀਆ ਮੈਲ ਧੱਕ ਰਿਹਾ ਬਾਹਰ। ਹਾਲੇਲੂਇਆ। ਹਿਜ਼ਕੀਆ ਦੇ ਕੋਲ ਵਾਈਪਰ ਹੈ। ਹਾਲੇਲੂਇਆ। ਤਾਂ ਤੁਹਾਨੂੰ ਪਤਾ ਵਾਈਪਰ ਘੁਮਾਉਣ ਤੋਂ ਪਹਿਲਾਂ ਪਾਣੀ ਛਿੜਕਾਇਆ ਜਾਂਦਾ ਹੈ। ਹਾਲੇਲੂਇਆ। ਤਾਂ ਜਦੋਂ ਹਿਜ਼ਕੀਆ ਉੱਠਦਾ ਹੈ ਉਹ ਸੁਬਹ ਸੁਬਹ ਮੈਸੇਜ ਚੱਕਦਾ ਹੈ, ਬਾਈਬਲ ਚੱਕਦਾ ਹੈ, ਪਾਣੀ ਛਿੜਕਾਉਣਾ ਸ਼ੁਰੂ ਕਰਦਾ, ਉਸ ਤੋਂ ਬਾਅਦ ਵਾਈਪਰ ਚੱਕਦਾ ਹੈ, ਮੈਲ ਖਿੱਚਣੀ ਸ਼ੁਰੂ ਕਰਦਾ ਹੈ। ਹਾਲੇਲੂਇਆ। ਉਹ ਮਸੀਹ ਜੀਵਨੀ ਕਾਦਾ ਜੋ ਮੈਲ ਨਾਲ ਭਰਿਆ ਹੋਵੇ, ਜੋ ਗੰਦਗੀ ਨਾਲ ਭਰਿਆ ਹੋਵੇ, ਉਹ ਕਾਦਾ ਮਸੀਹ ਜੀਵਨ ਜਿਹਦੇ ਵਿੱਚ ਇਸ ਬਾਈਬਲ ਪ੍ਰਤੀ ਕੋਈ ਇੰਟਰਸਟ ਨਹੀਂ, ਇਸ ਮੈਸੇਜ ਪ੍ਰਤੀ ਕੋਈ ਇੰਟਰਸਟ ਨਹੀਂ, ਆਪਣੇ ਸੇਵਾਦਾਰ ਪ੍ਰਤੀ ਕੋਈ ਇੱਜ਼ਤ, ਕੋਈ ਰਹਿਮ, ਕੋਈ ਦਇਆ ਦਿਲੀ ਨਹੀਂ। ਕਿਉਂਕਿ ਸੰਤ ਪੌਲਸ ਕਹਿੰਦਾ ਜੇ ਥੋੜਾ ਜਿਹਾ ਰਹਿਮ, ਥੋੜੀ ਜਿਹੀ ਦਇਆ ਦਿਲੀ ਔਰ ਥੋੜਾ ਬਹੁਤਾ ਪ੍ਰੇਮ ਹੈ ਤਾਂ ਮੇਰਾ ਆਨੰਦ ਪੂਰਾ ਕਰੋ। ਸਮਝ ਰਹੇ ਹੋ? ਜਦੋਂ ਹਿਜ਼ਕੀਆ ਆਉਂਦਾ ਉਹ ਮੈਲ ਕੱਢਣੀ ਸ਼ੁਰੂ ਕਰਦਾ। ਕਹਿੰਦਾ ਆਓ ਲੇਵੀਓ, ਖੁਦਾ ਦੇ ਭਵਨ ਦੀ ਮੈਲ ਨੂੰ ਬਾਹਰ ਕੱਢੀਏ। ਮੇਰੇ ਨਾਲ ਹੋ? ਗੱਲ ਸਮਝ ਪਾ ਰਹੇ ਹੋ? ਹਾਲੇਲੂਇਆ। ਹਾਂਜੀ। ਕਿਉਂ ਜੋ ਸਾਡੇ ਪਿਓ ਦਾਦਿਆਂ ਨੇ ਬੇਈਮਾਨੀ ਕੀਤੀ, ਕਿਉਂਕਿ ਸਾਡੇ ਪਿਓ ਦਾਦਿਆਂ ਨੇ ਤੋਂ ਗੰਦ ਪੈਂਦਾ ਕਿਉਂ ਹੈਕਲ ਵਿੱਚ? ਬੇਈਮਾਨੀ ਕਰਕੇ। ਕਈ ਲੋਕ ਦਸ਼ਮੰਦਾਂ ਵਿੱਚ ਬੇਈਮਾਨ, ਕਈ ਲੋਕ ਦਸ਼ਵੰਦਾਂ ਵਿੱਚ ਬੇਈਮਾਨ, ਭੇਂਟ ਦੇਣ ਵਿੱਚ ਬੇਈਮਾਨ, ਚਰਚ ਆਉਣ ਵਿੱਚ ਬੇਈਮਾਨ, ਮਸੀਹ ਜੀਵਨ ਜੀਣ ਵਿੱਚ ਬੇਈਮਾਨ। ਹਾਲੇਲੂਇਆ। ਤੋ ਹੈਕਲ ਗੰਦੀ ਕਿਉਂ ਹੁੰਦੀ ਆ? ਬੇਈਮਾਨੀ। ਆਪਣੇ ਆਪ ਨੂੰ ਦੇਖੋ, ਯੈਸ ਆਪਣੀ ਹੈਕਲ ਨੂੰ ਦੇਖੋ। ਯੈਸ ਯੈਸ। ਆਮੀਨ। ਭਾਈ ਰੋਬਿਨ ਮੇਰੇ ਬਾਰੇ ਥੋੜੀ ਕਹਿ ਰਹੇ ਆ, ਬਾਈਬਲ ਮੇਰੇ ਬਾਰੇ ਥੋੜੀ ਕਹਿ ਰਹੀ ਆ, ਆ ਨਾਲ ਦੇ ਬਾਰੇ ਕਹਿ ਰਹੀ, ਨਹੀਂ ਮੇਰੇ ਬਾਰੇ ਕਿ- ਨਾਲ ਦੇ ਬਾਰੇ ਕਹਿ ਰਹੀ ਹੈ। Praise the Lord. Yes. God bless you. ਹਾਲੇਲੂਇਆ। ਆਮੇਨ। ਬਾਈਬਲ ਵਿੰਡੋ ਨਹੀਂ ਹੈ, Yes. ਬਾਈਬਲ ਸ਼ੀਸ਼ਾ। ਵਿੰਡੋ ਨਹੀਂ, ਬਾਈਬਲ ਸ਼ੀਸ਼ਾ ਹੈ। ਵਿੰਡੋ ਵਿੱਚੋਂ ਦੀ ਦੂਜੇ ਨੂੰ ਵੇਖਿਆ ਜਾਂਦਾ, ਪਰ ਸ਼ੀਸ਼ੇ ਵਿੱਚੋਂ ਦੀ। ਹਾਲੇਲੂਇਆ। ਕਈ ਲੋਕ ਇਹਨੂੰ ਵਿੰਡੋ ਸਮਝਦੇ ਆ, ਦੂਜਾ ਵੇਖਦੇ ਆ ਉਹਦੇ ਵਿੱਚੋਂ ਦੀ, ਨਹੀਂ ਆਪਣਾ ਆਪ। ਗਲੋਰੀ। ਕਹਿੰਦਾ ਇਹ ਗੰਦੀ ਕਿਉਂ ਹੋਈ ਹੈਕਲ? ਕਿਉਂਕਿ ਸਾਡੇ ਪਿਓ ਦਾਦਿਆਂ ਨੇ ਬੇਈਮਾਨੀ ਕੀਤੀ। ਤਾਂ ਇਹਦਾ ਮਤਲਬ ਬੇਈਮਾਨੀ ਜੜ ਆ ਹੈਕਲ ਨੂੰ ਗੰਦਾ ਕਰਨ ਦੀ। ਇਹ ਮੇਰੇ ਨਾਲ ਹੋ। Yes. ਕਹਿੰਦਾ ਸਾਡੇ ਪਿਓ ਦਾਦਿਆਂ ਨੇ ਬੇਈਮਾਨੀ ਕੀਤੀ, ਹੈਕਲ ਨੂੰ ਗੰਦਾ ਕਰ ਦਿੱਤਾ। ਹਾਂਜੀ। ਅਤੇ ਜੋ ਯਹੋਵਾ ਸਾਡੇ ਖੁਦਾ ਦੀ ਨਿਗਾਹ ਵਿੱਚ ਬੁਰਾ ਹੈ ਸੋ ਹੀ ਕੀਤਾ, ਅਤੇ ਖੁਦਾ ਨੂੰ ਵਿਸਾਰ ਦਿੱਤਾ, ਖੁਦਾ ਨੂੰ ਵਿਸਾਰ ਦਿੱਤਾ ਅਤੇ ਯਹੋਵਾ ਦੇ ਡੇਰੇ ਵੱਲੋਂ ਆਪਣਾ ਮੂੰਹ ਮੋੜ ਲਿਆ ਸੀ, ਅਤੇ ਉਹਦੇ ਵੱਲ ਆਪਣੀ ਪਿੱਠ ਕਰ ਦਿੱਤੀ। ਆ ਹੈ ਕਾਰਨ। ਹੈਕਲ ਗੰਦੀ ਕਿਉਂ ਹੋਈ? ਖੁਦਾ ਨੂੰ ਵਿਸਾਰ ਦਿੱਤਾ, ਡੇਰੇ ਵੱਲ ਪਿੱਠ ਕਮਾ ਲਈ, ਬੇਈਮਾਨ ਹੋ ਗਏ, ਮਨ ਮਾਨੀਆਂ ਸ਼ੁਰੂ ਕੀਤੀਆਂ। ਅੱਜ ਲੋਕ ਪਤਾ ਕੈਸੀ ਭਗਤੀ ਚਾਹੁੰਦੇ ਆ ਜਿਹਦੇ ਵਿੱਚ ਬਹੁਤ ਜ਼ਿਆਦਾ ਟਾਈਮ ਨਾ ਲੱਗਦਾ ਹੋਵੇ, Yes. ਬੈਠ ਕੇ ਸੁਣਨਾ ਨਾ ਹੋਵੇ। ਲੋਕ ਬੜੀ ਆਰਾਮਦਾਇਕ ਜੀ ਬੰਦਗੀ, ਜਾਓ ਮੱਥਾ ਟੇਕੋ ਤੇ ਘਰ ਆਓ, ਐਸੀ ਆਰਾਮਦਾਇਕ ਮੀਟਿੰਗ। ਪਰ ਜਿਹੜੀ ਮਸੀਹ ਜ਼ਿੰਦਗੀ ਹੈ ਉਹ ਸਿੱਖਿਆ ਨਾਲ ਬਣਦੀ ਹੈ, Amen.
ਉਹ ਕਾਹਦੇ ਨਾਲ ਬਣਦੀ ਹੈ? ਸਿੱਖਿਆ ਨਾਲ। ਸਿੱਖਿਆ ਨਾਲ ਬਣਦੀ ਹੈ। ਬਾਈਬਲ ਸਾਰੀ ਸਿੱਖਿਆ ਨਾਲ ਭਰੀ ਹੋਈ ਹੈ। ਹਾਲੇਲੂਇਆ ਇੱਕ ਧਾਰਮਿਕ ਜ਼ਿੰਦਗੀ ਤੁਸੀਂ ਲਿਬਾਸ ਨਾਲ ਬਣਾ ਸਕਦੇ ਹੋ। ਕੋਈ ਲਿਬਾਸ ਪਾ ਕੇ ਧਾਰਮਿਕ ਬਣ ਸਕਦੇ ਹੋ। ਸੁਣੋ, ਯੈਸ ਧਾਰਮਿਕ ਬਣਨਾ ਤੇ ਲਿਬਾਸ ਪਾ ਲਓ, ਮਸੀਹ ਬਣਨਾ ਤੇ ਸਿੱਖਿਆ ਲੈਣੀ ਪੈਣੀ ਹੈ। ਹਾਲੇਲੂਇਆ। ਮਸੀਹਤ ਲਿਬਾਸਾਂ ਤੇ ਆਧਾਰਿਤ ਨਹੀਂ ਹੈ, ਮਸੀਹਤ ਸਿੱਖਿਆ ਤੇ ਆਧਾਰਿਤ ਹੈ। ਹਾਲੇਲੂਇਆ। ਗੱਲ ਸਮਝ ਪਾ ਰਹੇ ਹੋ? तो उन्होंने खुदा वालों दी व्यवस्था वालों दे वचन वालों पिठ घुमा लई ते गंदे हो गए। तो अज मैं कह सकदा कौन गंदा हुंदा? यस गंदगी किवें आउंदी जिंदगी च? सही मान नंबर 1 बेईमानी करना, खुदा वालों पिठ घुमा लैनी, यस खुदा दे वादियां वालों बेमुख हो जाना। यस ये चीज़ां तुहानू गंदा करदियां, इस जिंदगी नू गंदा करदियां। तो जो जिंदगी गंदी हो गई, फिर कदे कदे मन च आया चर्च जाना सीगा, चलो छड्डो परे, चल ते हुंदा नहीं। अगला एतवार फिर आया, मीटिंग च जाना सी, चलो छड्डो परे, साडे कोल किहड़ा चल हुंदा। तो ये जिहड़ा ना चलना तुहानू दिन प्रति दिन कर की रहा है? दिन प्रति दिन गंदा कर रहा। ये चल ते हुंदा नहीं, छड्डो परे, छड्डो परे। तो जो तुसी हौली हौली छड्डदे जा रहे हो, वो गंद दी, वो चिक्कड़ दी जिहड़ी परत आ, वो मोटी होंदी जा रही है। तो एक दिन मसीह जीवन जिहड़ा कुछ बिंदु देखदा सी, कुछ पॉइंट देखदा सी, वो दुनिया दे गंद ने बिल्कुल ढक लेना, बिल्कुल उत्ते परत चढ़ जानी है। मेरे नाल हो? तो जो बिल्कुल परत चढ़ गई, फिर तुसी नहीं दिखना, फिर गंद ही दिखना। क्योंकि एक समा ऐसा आउंदा जो खुदा भी तुहानू मंदी बुद्ध दे वस पा दिंदा, जा फिर तू मुड़िया ते है नहीं, हुण होला जिन्ना क होना है। हाँ जी, समझ पा रहे हो? इजराइलियां ने इवें हैकल नू गंदा कीता। अज हर वो बंदा जिहड़ा इस मैसेज प्रति बेईमानी करदा, इस मैसेज दे वल पिठ घुमा लैंदा, ये सेवकाइयां दे वल पिठ घुमा लैंदा, वो अपने आप नू गंदा कर रहा है। अपने आप नू वो गंदा कर रहा है। क्योंकि इजराइल दी हैकल किवें गंदी हुई यरूशलेम दी? क्योंकि ओदा दरवाजा खुलना बंद हो गया सी, उन्होंने दरवाजा खोलना छड़ दिता सी, लगातार बंद ही बंद। तो तुसी कदों गंदे होना शुरू होंदे हो? जदों तुहाडा दरवाजा नहीं खुलदा, ਜਦੋਂ ਤੁਹਾਡਾ ਦਰਵਾਜ਼ਾ ਨਹੀਂ ਖੁੱਲਦਾ। ਪਾਦਰੀ ਹਰ ਐਤਵਾਰ ਜ਼ੋਰ ਲਾਉਂਦਾ ਪ੍ਰਚਾਰ ਕਰਨ ਦਾ, ਲੇਕਿਨ ਦਰਵਾਜ਼ਾ ਬੰਦ। तो ਉਹ ਜਿਹੜਾ ਗੰਦ ਆ, ਤੁਹਾਨੂੰ ਪਤਾ ਥੋੜਾ ਜਿਹਾ ਗੰਦ ਹੋਵੇ ਤੇ ਉਹ ਹੋਰ ਕੀੜੇ ਪੈਦਾ ਕਰ ਦਿੰਦਾ ਗੰਦੇ। ਗੰਦ ਹੀ ਗੰਦ ਨੂੰ ਵਧਾਉਂਦਾ, ਪਾਪ ਹੀ ਪਾਪ ਨੂੰ ਵਧਾਉਂਦਾ। ਕਿਉਂਕਿ ਨਬੀ ਨੇ ਕਿਹਾ ਕਈ ਵਾਰ ਜਦੋਂ ਤੁਹਾਡੇ ਅੰਦਰ ਪਾਪ ਹੁੰਦਾ ਤਾਂ ਖੁਦਾ ਹੋਰ ਪਾਪ ਹੋਣ ਦਿੰਦਾ ਤਾਂ ਕਿ ਪਾਪ ਪਾਪ ਨਾਲ ਲੜਦਾ ਰਹੇ, ਤਾਂ ਕਿ ਪਾਪ ਪਾਪ ਨਾਲ ਲੜਦਾ ਰਵੇ। ਉਹਨੇ ਕਿਹਾ ਬਾਬਲ ਤਾਂ ਗੁਨਾਹਗਾਰ ਹੈ ਹੀ ਹੈ ਸੀ, ਲੇਕਿਨ ਮਾਦੀ ਫਾਰਸੀ ਉਹਨਾਂ ਨਾਲੋਂ ਵੀ ਗੁਨਾਹਗਾਰ ਸੀ। ਉਹਨੇ ਦੋਨਾਂ ਨੂੰ ਲੜਾ ਦਿੱਤਾ, ਬਾਬਲ ਵਾਸੀਆਂ ਨੂੰ ਤੇ ਮਾਦੀ ਫਾਰਸੀਆਂ ਨੂੰ ਲੜਾ ਦਿੱਤਾ। ਕਹਿੰਦਾ ਪਾਪ ਪਾਪ ਨਾਲ ਖੁਦਾ ਲੜਾ ਰਿਹਾ ਸੀ। ਤਾਂ ਤੁਹਾਡੀ ਜ਼ਿੰਦਗੀ ਦੇ ਅੰਦਰ ਵੀ ਕਈ ਵਾਰ पाप पाप नाल लड़ रहा हुंदा, इसे करके जित नहीं मिल रही हुंदी। पाप जे पाप नाल लड़ेगा जित नहीं मिलनी, लेकिन रोशनी नू हनेरे नाल लड़ा के देखो, चानण नू हनेरे नाल लड़ा के देखो, धर्म नू कुधर्म नाल लड़ा के देखो, देखो फिर किहदी फतेह हुंदी है। इसे करके पौलुस ने क्या चानण दा हनेरे नाल कोई मेल नहीं, धर्मी दा कुधर्मी नाल कोई मेल नहीं। पर जे दोने ही कुधर्मी इकट्ठे होण ते फिर ते मेल पानी जाना। जे दोने हनेरे वाले इकट्ठे होण फिर तां मेल पानी जाना। इसे करके जदों तुसी गंदगी च चले जांदे हो, कई बार तुहाडा दिल करदा अपने रंग दीयां चिड़ियां च बैठण नूं। जे ते अपने रंग दियां उन्हां चिड़ियां च चले गए ਜਿਹੜੀਆਂ ਅੱਜ ਤੁਹਾਡੇ वाला जीवन जी रही,
ਤਾਂ ਫਿਰ ਤਾਂ ਜੀਵਨ ਗੰਦਾ ਹੀ ਹੋਣਾ। ਜੇਕਰ ਤੁਸੀਂ ਉੱਥੋਂ ਉੱਠਣਾ ਚਾਹੁੰਦੇ ਹੋ, ਉੱਥੋਂ ਨਿਕਲਣਾ ਚਾਹੁੰਦੇ ਹੋ, ਤਾਂ ਫਿਰ ਧਰਮੀਆਂ ਦੀ ਸੰਗਤੀ ਕਰੋ, ਫਿਰ ਮੈਸੇਜ ਦੀ ਸੰਗਤੀ ਕਰੋ, ਫਿਰ ਬਾਈਬਲ ਦੇ ਨਾਲ ਬੈਠੋ, ਫਿਰ ਸਾਫ਼ ਹੋਣਾ ਸ਼ੁਰੂ ਹੁੰਦਾ। ਜਦ ਤੱਕ ਦਿਲ ਖੁੱਲਦਾ ਨਹੀਂ, ਦਰਵਾਜ਼ਾ ਖੁੱਲਦਾ ਨਹੀਂ, ਸਫਾਈ ਨਹੀਂ ਹੋਣੀ ਹੈਗੀ। ਗੱਲ ਸਮਝ ਪਾ ਰਹੇ ਹੋ? ਖੁਦਾਵੰਦ ਤੁਹਾਨੂੰ ਬੜੀ ਬਰਕਤ ਦੇ। ਮੈਂ ਜੰਪ ਕਰਾਂਗਾ ਅੱਗੇ ਜਾਣ ਦੇ ਲਈ ਕਿਉਂਕਿ ਟਾਈਮ ਜ਼ਿਆਦਾ ਲੱਗ ਜਾਣਾ। 30 ਅਧਿਆਏ ਉਹਦੀ ਪਹਿਲੀ ਆਇਤ ਸ਼ੁਰੂ ਕਰਦੇ ਹਾਂ। ਹਿਜ਼ਕੀਆ ਨੇ ਸਾਰੇ ਇਜ਼ਰਾਈਲ ਅਤੇ ਯਹੂਦਾ ਨੂੰ ਅਗਵਾ ਘੱਲਿਆ। ਹਿਜ਼ਕੀਆ ਨੇ ਸਾਰੇ ਇਜ਼ਰਾਈਲ ਅਤੇ ਯਹੂਦਾ ਨੂੰ ਅਗਵਾ ਘੱਲਿਆ। ਨਾਲੇ ਅਫਰਾਇਮ ਅਤੇ ਮਨਸ਼ਾ ਵੱਲ ਵੀ ਪੱਤਰ ਲਿਖ ਕੇ ਘੱਲੇ ਕਿ ਯਹੋਵਾ ਦੇ ਭਵਨ ਲਈ ਯਰੂਸ਼ਲਮ ਵਿੱਚ ਯਹੋਵਾ ਇਜ਼ਰਾਈਲ ਦੇ ਖੁਦਾ ਦੀ ਪਸਾ ਕਰਨ ਨੂੰ ਆਓ। ਹਾਂ, ਕਿਉਂ ਜੋ ਪਾਤਸ਼ਾਹ ਔਰ ਸਰਦਾਰਾਂ ਅਤੇ ਯਰੂਸ਼ਲਮ ਦੀ ਸਾਰੀ ਸਭਾ ਨੇ ਦੂਜੇ ਮਹੀਨੇ ਵਿੱਚ ਪਸਾ ਮਨਾਉਣ ਦੀ ਸਲਾਹ ਕਰ ਲਈ ਸੀ। ਉਹ ਉਸੇ ਵੇਲੇ ਉਹਨੂੰ ਨਾ ਮਨਾ ਸਕੇ। ਉਹ ਉਸ ਵੇਲੇ ਉਹਨੂੰ ਮਨਾ ਨਾ ਸਕੇ, ਇਸ ਲਈ ਭਈ ਜਾਜਕਾਂ ਨੇ ਕਾਫੀ ਗਿਣਤੀ ਵਿੱਚ ਆਪਣੇ ਆਪ ਨੂੰ ਪਵਿੱਤਰ ਨਹੀਂ ਕੀਤਾ ਸੀ ਅਤੇ ਲੋਕੀ ਵੀ ਯਰੂਸ਼ਲਮ ਵਿੱਚ ਇਕੱਠੇ ਨਹੀਂ ਹੋਏ ਸਨ। ਆਹਾਜ਼ ਦੇ ਕਾਰਨ ਪ੍ਰਭੂ ਭੋਜ ਵੀ ਬੰਦ ਹੋ ਗਿਆ ਸੀ। ਲੰਬੇ ਸਮੇਂ ਤੋਂ ਪਸਾ ਮਨਾਇਆ ਹੀ ਨਹੀਂ ਗਿਆ ਸੀ ਕਿਉਂਕਿ ਹੈਕਲ 'ਚ ਕੀ ਪਿਆ ਹੋਇਆ ਸੀ। ਤਾਂ ਅੱਜ ਪ੍ਰਭੂ ਭੋਜ ਕੌਣ ਨਹੀਂ ਕਰਨਾ ਹੁੰਦਾ? ਜਿਹਦੇ ਲਾਈਫ ਦੇ ਵਿੱਚ ਗੰਦ ਪਿਆ ਹੁੰਦਾ ਹੈ। ਕਹਿੰਦਾ ਲੰਬੇ ਸਮੇਂ ਤੋਂ ਉਹਨਾਂ ਨੇ ਪਸਾ ਨਹੀਂ ਮਨਾਇਆ ਸੀ। ਤਾਂ ਪਸਾ ਕੀ ਹੈ? ਪ੍ਰਭੂ ਭੋਜ। ਉਹਨਾਂ ਨੇ ਪਸਾ ਨਹੀਂ ਮਨਾਇਆ ਸੀ। ਕਿਉਂ? ਹੈਕਲ ਗੰਦੀ ਹੋ ਚੁੱਕੀ ਸੀ, ਜਾਜਕ ਗੰਦੇ ਹੋ ਚੁੱਕੇ ਸਨ, ਲੋਕਾਂ ਨੇ ਮਨਾਉਣਾ ਛੱਡ ਦਿੱਤਾ। ਪਰ ਜਦੋਂ ਹਿਜ਼ਕੀਆ ਆਇਆ, ਉਹਨੇ ਸਾਰੀਆਂ ਜਗ੍ਹਾਵਾਂ ਤੇ ਪੱਤਰ ਭੇਜ ਦਿੱਤੇ, ਚਿੱਠੀਆਂ ਭੇਜ ਦਿੱਤੀਆਂ। ਹਾਲੇਲੂਇਆ। ਔਰ ਜਦੋਂ ਚਿੱਠੀਆਂ ਭੇਜੀਆਂ ਗਈਆਂ, ਉਹਨੇ ਕਿਹਾ मनश्शा तू भी आ जा, इफ्राइम तू भी आ जा, बिंजामिन तू भी आ जा, क्योंकि समा आ गया है प्रभु भोज करन दा। हालेलुया। और सुनो ध्यान दे नाल, जद दाऊद आया उस समय पसा मनाया जाता सी। हालेलुया। दाऊद तो बाद सुलेमान आया, पसा मनाया जाता सी। हालेलुया। और उस तो बाद यरबआम, रहबआम, ये सारे जिन्ने भी गलत राजे आए, इन्हां ने इजराइल दे विच खराबी पानी शुरू की। जदों मसीह आया उथे पसा मनाया जा रहा सी। जद पौलुस आया पसा मनाया जा रहा सी। पतरस आया पसा मनाया जा रहा सी। इरेनियस दे वेले, यूहन्ना दे वेले पसा मनाया जाता सी। पर जद पोप आया उन्हें मूर्तियां खड़ियां कर दित्तियां। उन्हें की खड़ा कर दिता? मूर्तियां। ते हैकल गंदी हो गई, डस्ट जम गया, गंदमंद पै गया। उथे पसा दी बजाए क्रिसमस शुरू हो गया, अस्तारेत दा ईस्टर शुरू हो गया, गुड फ्राइडे शुरू हो गया। ये सारा गंदमंद शुरू हो गया। और लंबे समय तो ये हैकल गंदी 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 हुई हुंदी आ रही। पर एक दिन हिजकिया आ गया, एक दिन हिजकिया आया। हालेलुया। अते उन्हें हैकल दा दरवाजा खोल दिया, अते उन्हें सारा गंद साफ करना शुरू किया, उन्हें मैल धोनी शुरू कर दी। उस तो बाद उन्हें चिट्ठियां पाउणियां शुरू कर दी। 1182 मैसेज एक ही हन, चिट्ठियां हन। कुछ जलंधर वालियां दे लिए आ गया, कुछ पंगे वालियां लिए आ गया, कुछ पंजाब दे होर कलीसिया वाली आ गई। चिट्ठियां आईयां हन, आ जाओ, पसा का टाइम आ गया है, मेमना खान का टाइम आ गया है। हालेलुया। क्योंकि लंबे समय तो हैकल गंदी सी, दरवाजा बंद सी। आमीन। तो इस युग विच एक आया, उन्हें दरवाजा खटखटाया और दरवाजा खोलिया गया। इस
ਤੋਂ ਪਹਿਲਾਂ ਕਿ ਉਹ ਪ੍ਰਭੂ ਭੋਜ ਉਤਾਰੇ ਪਹਿਲਾਂ ਉਹਨੇ ਸਫਾਈ ਕਰਨੀ ਸ਼ੁਰੂ ਕੀਤੀ ਉਹਨੇ ਕ੍ਰਿਸਮਸ ਦਾ ਗੰਧ ਕੱਢਿਆ ਉਹਨੇ ਈਸਟਰ ਦਾ ਗੰਧ ਕੱਢਿਆ ਉਹਨੇ ਝੂਠੇ ਬਪਤਿਸਮੇ ਦਾ ਗੰਧ ਕੱਢਿਆ ਉਹਨੇ ਮੇਕਅਪ ਦਾ ਗੰਧ ਕੱਢਿਆ ਪ੍ਰਤੀਤੀ ਦਾ ਗੰਧ ਕੱਢਿਆ ਹਰ ਬੁਰਾਈ ਜਦੋਂ ਗੰਦੀ ਹਰ ਬੁਰਾਈ ਦਾ ਗੰਧ ਜਦੋਂ ਕੱਢ ਦਿੱਤਾ ਗਿਆ ਉਹਨੇ ਕਿਹਾ ਐ ਮੇਰੀ ਪ੍ਰਜਾ ਇਸ ਭੀੜ ਵਿੱਚੋਂ ਬਾਹਰ ਆ ਕਿਉਂਕਿ ਸਮਾਂ ਆ ਗਿਆ ਹੈ ਮੇਮਣਾ ਖਾਨ ਦਾ आओ आनंद करिए ते निहाल होइए क्योंकि मेमने का ब्याह आ गया है लाड़ी ने अपने आप को क्या कर लिया है हालेलुया प्रेज द लॉर्ड और ये तद तक नहीं होया जब तक हैकल गंदी सी जब तक चिकड़ पिया हालेलुया आमीन आओ ਅੱਗੇ ਪੜ੍ਹਦੇ ਹਾਂ ਚੌਥੀ ਆਇਤ ਇਹ ਗੱਲ ਪਾਤਸ਼ਾਹ ਦੀ ਨਿਗਾਹ ਵਿੱਚ ਅਤੇ ਸਾਰੀ ਸਭਾ ਦੀ ਨਿਗਾਹ ਵਿੱਚ ਠੀਕ ਸੀ ਇਹ ਗੱਲ ਪਾਤਸ਼ਾਹ ਦੀ ਨਿਗਾਹ ਵਿੱਚ ਤੇ ਸਾਰੀ ਸਭਾ ਦੀ ਨਿਗਾਹ ਵਿੱਚ ठीक ਪ੍ਰਭੂ ਭੋਜ ਕਰਨਾ ਪਸਾ ਕਰਨਾ ਪਾਤਸ਼ਾਹ ਦੀ ਨਿਗਾਹ ਵਿੱਚ ਤੇ ਸਾਰੀ ਸਭਾ ਦੀ ਨਿਗਾਹ ਵਿੱਚ ਅੱਜ ਮੈਨੂੰ ਦੇਖੋ ਪਾਤਸ਼ਾਹ ਦੀ ਤਸਵੀਰ ਨਹੀਂ ਦਿਖ ਰਹੀ ਉਹ ਬੱਦਲ ਵਾਲਾ ਪਾਤਸ਼ਾਹ ਹੈ ਹਾਲੇਲੂਇਆ ਤੇ ਆ ਹੈ ਉਹਦੀ ਸਭਾ ਉਹ ਪਾਤਸ਼ਾਹ ਹੈ ਤੇ ਇਹ ਕੌਣ ਹੈ ਸਭਾ ਦੀ ਤੇ ਪਾਤਸ਼ਾਹ ਦੀ ਟੋਨ ਮਿਲੀ ਹੋਈ ਹੈ ਕਿਉਂਕਿ ਹੁਣ ਹੈਕਲ ਸਾਫ਼ ਹੈ ਟੋਨ ਪਾਤਸ਼ਾਹ ਦੇ ਨਾਲ ਕਦੋਂ ਮਿਲਦੀ ਹੈ ਜਦੋਂ ਹੈਕਲ ਸਾਫ਼ ਹੁੰਦੀ ਹੈ ਤਾਂ ਜਦੋਂ ਹੈਕਲ ਸਾਫ਼ ਨਹੀਂ ਉਦੋਂ ਪਾਤਸ਼ਾਹ ਕਹਿੰਦਾ ਅਗਲੇ ਮਹੀਨੇ ਪ੍ਰਭੂ ਭੋਜ ਹੋਵੇਗਾ ਦੇਖਾਂਗੇ ਪਹਿਲਾਂ ਤੇ 4 ਐਤਵਾਰ ਉਹ ਨਹੀਂ ਪਾਦਰੀ ਪੇਸ਼ ਛੱਡਦਾ ਉਧਰੋਂ ਮਹੀਨੇ ਬਾਅਦ ਆ ਵਿੱਚ ਆ ਜਾਂਦਾ ਹੈ ਨਿਆਣਿਆਂ ਦੇ ਪੇਪਰ ਵੀ ਆਏ ਹੋਏ ਨੇ ਬੜੀ ਤੰਗੀ ਦਿਖਾਉਂਦੇ ਪਤਾ ਲੱਗਦਾ ਹੈਕਲ ਬ੍ਰਿਸ਼ਟ ਹੋਈ ਕਿਉਂਕਿ ਜਿਹੜਾ ਸ਼ੁੱਧ ਹੈ ਨਾ ਉਹ ਆਮੀਨ ਕਰੇਗਾ ਆਮੀਨ ਜਿਵੇਂ ਪ੍ਰਭੂ ਭੋਜ ਦੀ ਮੀਟਿੰਗ ਦੀ ਅਨਾਉਂਸਮੈਂਟ ਹੋਈ ਆਮੀਨ ਆਮੀਨ ਕਿਉਂਕਿ ਇਹੀ ਉਹ ਮੀਟਿੰਗ ਹੈ ਜਿਹਦੇ ਨਾਲ ਤੁਹਾਡਾ ਜੀ ਉੱਠਣਾ ਜੁੜਿਆ ਹੈ ਜਿਸ ਦੇ ਨਾਲ ਤੁਹਾਡਾ ਰੈਪਚਰ ਜੁੜਿਆ ਹੈ ਪੌਲਸ ਕਹਿੰਦਾ ਇਹ ਬਰਕਤ ਦਾ ਪਿਆਲਾ ਹੈ ਜਿਸ ਦਿਨ ਤੁਸੀਂ ਬਰਕਤ ਦੇ ਪਿਆਲੇ ਨੂੰ ਰੱਦਦੇ ਹੋ ਤੁਸੀਂ ਆਪਣੀ ਬਰਕਤ ਰੱਦਦੇ ਹੋ ਔਰ ਇਹ ਕਦ ਰੱਦਦੇ ਹੋ ਜਦੋਂ ਪ੍ਰਿਸ਼ਟ ਹੋਏ ਹੋ ਜਦੋਂ ਹੈਕਲ ਅੰਦਰੋਂ ਔਰ ਜਦੋਂ ਹਿਜ਼ਕੀਆ ਉੱਠਦਾ ਹੈ ਉਹ ਤਾਂ ਵਾਈਪਰ ਉਠਾਉਂਦਾ ਹੈ ਆਮੀਨ ਮੇਰੇ ਖਿਆਲ ਚ ਅੱਜ ਕੋਈ ਹਿਜ਼ਕੀਆ ਆਇਆ ਹੋਇਆ ਇੱਥੇ ਹਾਲੇਲੂਇਆ ਉਹ ਵਾਈਪਰ ਕਮਾਨ ਲੱਗਾ ਹੋਇਆ ਹੈ ਤਾਂ ਕਿ ਕਈਆਂ ਦੀ ਅਕਲ ਟਿਕਾਣੇ ਆਵੇ ਕਈਆਂ ਦਾ ਡਸਟ ਸਾਫ਼ ਹੋਣਾ ਚਾਹੀਦਾ ਹਾਲੇਲੂਇਆ ਔਰ ਅੱਗੇ ਪੜ੍ਹਦੇ ਹਾਂ ਇਹ ਗੱਲ ਪਾਤਸ਼ਾਹ ਤੇ ਸਭਾ ਦੀ ਨਿਗਾਹ ਵਿੱਚ ਠੀਕ ਸੀ ਸੋ ਉਹਨਾਂ ਨੇ ਇੱਕ ਹੁਕਮ ਜਾਰੀ ਕੀਤਾ ਉਹਨਾਂ ਨੇ ਹੁਕਮ ਜਾਰੀ ਕੀਤਾ ਕਿ ਬੇਰਸ਼ਬਾ ਤੋਂ ਦਾਨ ਤੱਕ ਸਾਰੇ ਇਜ਼ਰਾਈਲ ਵਿੱਚ ਡੋਂਡੀ ਪਟਾਈ ਜਾਵੇ ਕਿ ਯਰੂਸ਼ਲਮ ਵਿੱਚ ਆ ਕੇ ਯਹੋਵਾ ਇਜ਼ਰਾਈਲ ਦੇ ਖੁਦਾ ਲਈ ਫਸਾ ਮਨਾਇਆ ਜਾਵੇ ਹਾਂ ਕਿਉਂ ਜੋ ਉਹਨਾਂ ਨੇ ਬਹੁਤਿਆਂ ਦਿਨਾਂ ਤੋਂ ਜਿਵੇਂ ਲਿਖਿਆ ਹੈ ਉਸ ਨੂੰ ਨਹੀਂ ਮਨਾਇਆ ਬਹੁਤਿਆਂ ਦਿਨਾਂ ਤੋਂ ਇਹ ਨਹੀਂ ਮਨਾਇਆ ਹੋਇਆ ਸੀ ਜੋ ਅਸਲ ਪ੍ਰਭੂ ਭੋਜ ਸੀ ਉਹ 325 ਤੋਂ ਬਾਅਦ ਮਨਾਇਆ ਹੀ ਨਹੀਂ ਜੋ ਅਸਲ ਚੀਜ਼ ਸੀ ਉਹ ਬਹੁਤਿਆਂ ਦਿਨਾਂ ਤੋਂ ਮਨਾਈ ਨਹੀਂ ਗਈ ਸੀ ਲੋਕਾਂ ਨੇ ਛੱਡ ਹੀ ਦਿੱਤਾ ਹੋਇਆ ਸੀ ਕਿਉਂ ਹੈਕਲ ਗੰਦੀ ਹੋ ਚੁੱਕੀ ਸੀ ਗਲਤ ਰਾਜੇ ਉੱਠ ਖੜੇ ਹੋਏ ਸੀ ਆਮੀਨ ਪਰ ਧੰਨਵਾਦ ਹੋਵੇ ਇੱਕ ਧਰਮੀ ਰਾਜੇ ਲਈ ਧੰਨਵਾਦ ਹੋਵੇ ਹਿਜ਼ਕੀਆ ਲਈ ਜੋ ਖੜਾ ਹੋਇਆ ਤੇ ਉਹਨੇ ਸਭ ਤੋਂ ਪਹਿਲੋਂ ਹੈਕਲ ਦਾ ਬੂਹਾ ਖੋਲ੍ਹਿਆ ਵਾਈਪਰ ਉਠਾਇਆ ਤੇ ਸਫਾਈ ਸ਼ੁਰੂ ਕੀਤੀ ਹਾਂਜੀ ਪੜ੍ਹਦੇ ਹਾਂ ਸ਼ਮੀਅਤ ਸੋ ਹਲਕਾਰੇ ਪਾਤਸ਼ਾਹ ਅਤੇ ਉਸ ਦੇ ਸਰਦਾਰਾਂ ਦੇ ਹੱਥਾਂ ਦੇ ਪਰਵਾਨੇ ਲੈ ਕੇ ਇਜ਼ਰਾਈਲ ਅਤੇ ਯਹੂਦਾ ਵਿੱਚ ਗਏ ਹੁਣ ਤੁਸੀਂ ਦੇਖ ਰਹੇ ਹੋ ਕੀ ਹੋਇਆ
परवाने का मतलब चिट्ठियां हुंदा है, आमीन परवाने का मतलब लैटर्स हुंदा है। यस आमीन। आमीन। तो पातशाह वालों एक लैटर जारी किया गया, वो लैटर सरदार के हाथ में फड़ाया गया, सरदार ने अगे होर सरदारां नूं दे दिता, अते कुछ बिंजामिन वाल घाल दिता, कुछ मनशा वाल घाल दिता, God bless you, brother. कुछ दान इफ्राइम आलद वाले सारे घाल दिता। तो तुहानूं पता है इस युग च एक पातशाह आया, ओहदे हाथ में कुछ परवाने सन, और वो परवाने उन्हें उस सरदार नूं दिते, और उस सरदार तो अगे कुछ अज दे सरदारां कोल आए। तो वो सरदार अज तुहाडे अगे उन्हां परवानियां नूं पढ़ पढ़ के रखदे हैं। आओ प्रभु भोज करिए, आओ बसादा मेमना खाइए, क्योंकि कई सालों तो एक खाता नहीं गया, लंबे समय तो खाता नहीं गया। गल समझ पा रहे हो? bless you. और परवाने कले गए, ਅਤੇ ਪਾਤਸ਼ਾਹ ਦੇ ਹੁਕਮ ਅਨੁਸਾਰ ਇਹ ਆਖਿਆ, बादशाह के हुक्म अनुसार आख्या गया, हे इज़राइलियो ਤੁਸੀਂ यहोवा ਵੱਲ मुड़ो। हे मेरी प्रजा। परवानियां विच की लिखिया होया सी? हे मेरी प्रजा, रली मिली भीड़ विचों हुण बाहर आ जा, तुसी यहोवा वल मुड़ो। ਜਿਹੜਾ ਅਬਰਾਹਮ, ਇਜ਼ਹਾਕ ਔਰ ਇਜ਼ਰਾइल ਦਾ ਖੁਦਾ ਹੈ, आमीन। ਤਾਂ ਉਹ ਤੁਹਾਡੇ ਬਕੀਏ ਵੱਲ ਜਿਹੜਾ ਅਸ਼ੂਰ ਦੇ ਪਾਤਸ਼ਾਹ ਦੇ ਹੱਥ ਵਿੱਚ हथों ਜਿਹੜਾ ਅਸੂਰ ਦੇ ਪਾਤਸ਼ਾਹਾਂ ਦੇ ਹੱਥੋਂ ਬਚ ਗਿਆ ਹੈ, ਫੇਰ ਮੁੜੇ। ਹਾਂ, ਆ ਤੁਸੀਂ ਆਪਣੇ ਪਿਓ ਦਾਦਿਆਂ ਅਤੇ ਭਰਾਵਾਂ ਵਰਗੇ ਨਾ ਬਣੋ, ਤੁਸੀਂ ਆਪਣੇ ਪਿਓ ਦਾਦਿਆਂ ਤੇ ਭਰਾਵਾਂ ਵਰਗੇ ਨਾ ਬਣੋ, ਪੁਰਾਣੀਆਂ ਮਿਸ਼ਨਾਂ ਵਰਗੇ ਨਾ ਬਣੋ, यस ਪੁਰਾਣੀਆਂ ਜਥੇਬੰਦੀਆਂ ਵਰਗੇ ਨਾ ਬਣੋ। ਕਿਉਂਕਿ ਜਥੇਬੰਦੀਆਂ ਨੂੰ ਜਦੋਂ ਮੈਸੇਜ ਸੁਣਾਇਆ ਗਿਆ, ਉਹਨਾਂ ਨੇ ਇਸ ਮੈਸੇਜ ਦਾ ਤਿਰਸਕਾਰ ਕੀਤਾ, ਹਾਂਜੀ। ਇਸ ਸੰਦੇਸ਼ ਨੂੰ ਉਹਨਾਂ ਨੇ ਲਤਾੜ ਦਿੱਤਾ। ਨਬੀ ਨੇ ਕਿਹਾ, ਜਿਸ ਤਰ੍ਹਾਂ ਮਸੀਹ ਅੱਜ ਤੋਂ 2000 ਸਾਲ ਪਹਿਲਾਂ ਸਲੀਬ ਉੱਤੇ ਲਹੂ ਲੁਹਾਨ ਕੀਤਾ ਗਿਆ, ਇਹ 2000 ਸਾਲ ਤੋਂ ਬਾਅਦ ਮਸੀਹ ਪੁਲਪਟ ਉੱਤੇ ਲਹੂ ਲੁਹਾਨ ਕੀਤਾ ਗਿਆ। ਮਸੀਹ ਫੇਰ ਰੱਦਿਆ ਗਿਆ। ਪੁਲਪਿਟ ਉੱਤੇ ਲਹੂ ਲੁਹਾਨ ਕਰ ਦਿੱਤਾ ਗਿਆ, ਉਹ ਰੱਦਿਆ ਗਿਆ, ਉਹ ਮਾਰਿਆ ਗਿਆ। ਗੱਲ ਸਮਝ ਰਹੇ ਹੋ? ਇਸ ਕਰਕੇ ਉਹ ਕਹਿੰਦਾ, ਤੁਸੀਂ ਆਪਣੇ ਪਿਓ ਦਾਦਿਆਂ ਵਰਗੇ ਨਾ ਬਣੋ, ਜਿਨ੍ਹਾਂ ਨੇ ਮਸੀਹ ਨੂੰ ਲਤਾੜ ਦਿੱਤਾ ਹੈ। ਹਾਲੇਲੂਇਆ। ਹਾਲੇਲੂਇਆ। ਗੱਲ ਸਮਝ ਪਾ ਰਹੇ ਹੋ? ਆਮੀਨ। प्रेज द लॉर्ड। जल्दी जल्दी लाइट ऑन करो। प्रेज द लॉर्ड। हालेलुया। ਹਾਲੇਲੂਇਆ। थैंक यू जीसस। पढ़ने वाले ਨੂੰ ਵੀ ਲਾਈਟ ਦਾ ਇੰਤਜ਼ਾਮ ਕਰਕੇ ਦਿਓ। कुछ लोग आनंदित ਹਨ, ਹਾਲੇਲੂਇਆ। कुछ ਜਾਂ ਸਾਰੇ? सारे गॉड ब्लेस यू। हाँ जी। ਜਿਨ੍ਹਾਂ ਨੇ ਯਹੋਵਾ ਆਪਣੇ ਸੌਰੀ ਮਾਫ ਕਰਨਾ ਇੱਕ ਮਿੰਟ, ਆ ਲਾਈਟ ਦੇ सत आए। ਤੁਸੀਂ ਆਪਣੇ ਪਿਓ ਦਾਦਿਆਂ ਅਤੇ ਭਰਾਵਾਂ ਵਰਗੇ ਨਾ ਬਣੋ, ਤੁਸੀਂ ਆਪਣੇ ਪਿਓ ਦਾਦਿਆਂ ਤੇ ਭਰਾਵਾਂ ਵਰਗੇ ਨਾ ਬਣੋ, ਜਿਨ੍ਹਾਂ ਨੇ ਯਹੋਵਾ ਆਪਣੇ ਖੁਦਾ ਨਾਲ ਬੇਈਮਾਨੀ ਕੀਤੀ ਔਰ ਜਿਨ੍ਹਾਂ ਨੇ ਯਹੋਵਾ ਆਪਣੇ ਖੁਦਾ ਨਾਲ ਬੇਈਮਾਨੀ ਕੀਤੀ, ਅਤੇ ਉਸ ਨੇ ਉਹਨਾਂ ਨੂੰ ਭੇਜਲ ਵਿੱਚ ਪਾ ਦਿੱਤਾ। ਤੋਂ ਪਤਾ ਲੱਗਦਾ ਲੋਕ ਭੈਜਲ ਵਿੱਚ ਪੈਂਦੇ ਕਿਉਂ ਨੇ। बेईमानी करके ਲੋਕ ਭੈਜਲ ਵਿੱਚ ਪੈਂਦੇ ਕਿਉਂ ਨੇ? ਬੇਈਮਾਨੀ ਕਰਕੇ। ਜਦੋਂ ਖੁਦਾ ਨਾਲ ਬੇਈਮਾਨੀ, ਆਮੀਨ। ਚਰਚ ਆਉਣ ਵਿੱਚ ਬੇਈਮਾਨੀ, ਦਸ਼ਵੰਧ ਦੇਣ ਵਿੱਚ ਬੇਈਮਾਨੀ, ਖੁਦਾ ਦੇ ਵਚਨਾਂ ਨੂੰ ਪੂਰਾ ਕਰਨ ਵਿੱਚ ਬੇਈਮਾਨੀ, ਭੈਜਲ। ਬਈ 10,000 ਕਮਾਇਆ ਸੀ, 10 ਕਮਾਇਆ ਸੀ, ਪਤਾ ਨਹੀਂ ਲੱਗਾ ਕਿੱਥੇ ਗਿਆ, ਭੈਜਲ 'ਚ ਹੀ ਚਲਾ ਗਿਆ। ਹਾਲੇਲੂਇਆ। ਐਵੇਂ ਹੀ ਖਤਮ ਹੋ ਗਿਆ, ਕਿਉਂਕਿ ਬੇਈਮਾਨੀ ਹੈ। तो ਜਿਹੜਾ ਖੁਦਾ ਨਾਲ ਬੇਈਮਾਨ ਹੈ ਉਹ ਕਦੇ ਸਥਿਰ ਨਹੀਂ ਰਹਿ ਸਕਦਾ। ਯੈਸ। ਹਾਂ, ਕਹਿੰਦਾ ਉਹਨਾਂ ਨੇ ਖੁਦਾ ਦੇ ਨਾਲ ਬੇਈਮਾਨੀ ਕੀਤੀ, ਇਸ ਕਰਕੇ ਖੁਦਾ ਨੇ ਉਹਨਾਂ ਨੂੰ ਭੈਜਲ ਵਿੱਚ ਪਾ ਦਿੱਤਾ, ਜਿਵੇਂ ਤੁਸੀਂ ਵੇਖਦੇ ਹੋ। ਹਾਂਜੀ। ਹੁਣ ਤੁਸੀਂ ਆਪਣੇ ਪਿਓ ਦਾਦਿਆਂ ਵਾਂਗ ਹਠੀਏ ਨਾ ਬਣੋ, ਆਪਣੇ ਪਿਓ ਦਾਦਿਆਂ ਵਾਂਗਰ ਹਠੀਏ ना बढ़ो। ਨਾ ਬਣੋ। ਹਠੀਲਾਪਨ ਵੀ ਅੰਦਰ ਮੂਰਤੀ ਪੂਜਾ ਹੈ। ਹਾਂਜੀ। ਆਪਣੀ ਜਿੱਦ ਵਿੱਚ ਰਹਿਣਾ, ਆਪਣੀ ਆਕੜ ਵਿੱਚ ਰਹਿਣਾ,
ਜੋ ਵਚਨ ਕਹਿੰਦਾ ਉਹ ਗੱਲ ਨਹੀਂ ਮੰਨਣੀ। Yes. ਇਹ ਹਠੀਆਪਨ ਹੈ, ਮੂਰਤੀ ਪੂਜਾ ਅੰਦਰ ਹੈ। Amen. ਇਹ ਅੰਦਰ ਕੀ ਹੈ? मूर्ति पूजा। तो मूर्ति पूजा शुरुआत है हैकल ਨੂੰ ਗੰਦਾ ਕਰਨ ਦੀ। Yes. ਮੂਰਤੀ ਪੂਜਾ ਕੀ ਹੈ? शुरुआत। शुरुआत हैकल ਨੂੰ ਗੰਦਾ ਕਰਨ। ਗੰਦਾ ਕਰਨ ਦੀ। ਕਿਉਂਕਿ ਹੈਕਲ ਕਦੋਂ ਗੰਦੀ ਸ਼ੁਰੂ ਹੋਈ? ਗੰਦੀ ਹੋਣੀ ਸ਼ੁਰੂ ਹੋਈ ਜਦੋਂ ਆਹਾਜ਼ ਨੇ ਮੂਰਤੀਆਂ ਲਿਆਂਦੀਆਂ। ਹਾਂਜੀ, ਸਗੋਂ ਯਹੋਵਾ ਦੇ ਅਧੀਨ ਹੋ ਜਾਓ ਸਗੋਂ ਯਹੋਵਾ ਦੇ ਅਧੀਨ ਹੋਵੋ ਅਤੇ ਉਸ ਦੇ ਪਵਿੱਤਰ ਸਥਾਨ ਵਿੱਚ ਆਓ, ਹਾਂ ਜਿਸ ਨੂੰ ਉਸ ਨੇ ਸਦਾ ਲਈ ਪਵਿੱਤਰ ਕੀਤਾ ਹੈ, ਅਤੇ ਯਹੋਵਾ ਆਪਣੇ ਖੁਦਾ ਦੀ ਭਗਤੀ ਕਰੋ आमीन। ਤਾਂ ਜੋ ਉਸ ਦਾ ਭਾਰੀ ਕਹਿਰ ਤੁਸਾਂ ਉੱਤੋਂ ਟਲ ਜਾਵੇ। ਪ੍ਰੇਜ਼ ਦ ਲਾਰਡ। ਤੋ ਭਾਰੀ ਕਹਿਰ ਟਲਦਾ ਕਿਵੇਂ ਆ? Yes. ਭਗਤੀ ਕਰਨ। हालेलुया। ਗੰਦਮੰਦ ਕਿਵੇਂ ਘਟਦਾ ਹੈ? भक्ति करना। ਭਗਤੀ ਕਰਨ ਨਾਲ। ਅੱਜ ਲੋਕ ਚਰਚ ਵਿੱਚ ਤੇ ਆ ਜਾਂਦੇ, ਲਿਫਾਫਾ ਜੇਬ ਵਿੱਚ ਹੈ ਲੇਕਿਨ ਤਾਲੀ ਦੀ ਆਵਾਜ਼ ਨਹੀਂ। ਐਦਾਂ ਜਿੱਦਾਂ ਸਿਰਫ ਲਿਫਾਫਾ ਹੀ ਦੇਣਾ ਹੈ। ਫਾਰਮੈਲਿਟੀ, ਪਾਦਰੀ ਦਾ ਮੂੰਹ ਬੰਦ ਕਰਨ। ਲਿਫਾਫੇ ਕੀ ਬਣ ਗਏ ਆ? ਚੇਪੀ। ਪਾਦਰੀ ਦੇ ਮੂੰਹ ਤੇ ਕੀ ਲਾਤੀ? ਚੇਪੀ। ਲਿਫਾਫੇ ਦੇ ਵਿੱਚ 1500 ਰੁਪਇਆ। ਪਾਦਰੀ ਹੁਣ ਕੁਝ ਨਹੀਂ ਬੋਲ ਪਾਏਗਾ। ਲੇਕਿਨ ਇੱਕ ਸੱਚਾ ਸੇਵਕ, Amen. ਉਹਨੂੰ ਉਹਦਾ ਮੂੰਹ ਕੋਈ ਪੈਸੇ ਨਾਲ ਬੰਨ ਨਹੀਂ नहीं ਸਕਦਾ, कर ਕੋਈ ਦਸ਼ਵੰਦ ਨਾਲ ਮੂੰਹ ਬੰਨ ਨਹੀਂ ਸਕਦਾ। सकता। ਜੇ ਉਹ ਸੱਚਾ ਸੇਵਕ ਹੈ ਤੇ ਉਹ ਛਿੱਲ ਲਾਵੇਗਾ, आमीन। Sacha. ਉਹ ਵਾਈਪਰ ਘੁਮਾਵੇਗਾ ਚਿੱਕੜ ਸਾਫ਼ ਕਰਨ ਲਈ। Yes. ਹਾਲੇਲੂਇਆ। ਤੋ ਇਸ ਕਰਕੇ ਉਹ ਕਹਿੰਦਾ, ਹਿਜ਼ਕੀਆ ਸੱਚਾ ਬੰਦਾ ਕਹਿੰਦਾ, ਭਗਤੀ ਕਰੋ ਤਾਂ ਕਿ ਖੁਦਾ ਦਾ ਕਹਿਰ ਤੁਹਾਡੇ ਤੋਂ ਟਲ ਜਾਵੇ। ਜੇ ਤੁਸੀਂ ਯਹੋਵਾ ਵੱਲ ਫੇਰ ਮੁੜੋ ਤਾਂ ਤੁਹਾਡੇ ਭਰਾ ਤੇ ਤੁਹਾਡੇ ਪੁੱਤਰ ਆਪਣੇ ਅਸੀਰ ਕਰਨ ਵਾਲਿਆਂ ਦੇ ਅੱਗੇ ਤਰਸਯੋਗ ਬਣਨਗੇ ਅਤੇ ਇਸ ਦੇਸ਼ ਵਿੱਚ ਫੇਰ ਮੁੜ ਆਉਣਗੇ, ਕਿਉਂ ਜੋ ਯਹੋਵਾ ਤੁਹਾਡਾ ਖੁਦਾ ਦਿਆਲੂ ਤੇ ਕਿਰਪਾਲੂ ਹੈ। ਮੁੜੋਗੇ ਤੇ ਯਹੋਵਾ ਤੁਹਾਡਾ ਖੁਦਾ ਦਿਆਲੂ ਤੇ ਕਿਰਪਾਲੂ ਹੈ। ਹਾਲੇਲੂਇਆ। ਉਹਦੀ ਦਇਆ ਤੇ ਉਹਦੀ ਕਿਰਪਾ ਪਾਉਣ ਲਈ ਤੁਹਾਨੂੰ ਉਹਦੇ ਵੱਲ ਮੁੜਨਾ ਪੈਣਾ। ਭਟਕੀ ਹੋਈ ਦਿਸ਼ਾ ਤੋਂ ਉਹਦੇ ਵੱਲ ਮੁੜਨਾ ਪੈਣਾ। ਅੱਗੇ ਪੜ੍ਹਦੇ ਹਾਂ। ਉਹ ਆਪਣਾ ਮੂੰਹ ਤੁਹਾਤੋਂ ਨਹੀਂ ਫੇਰੇਗਾ। ਫੇਰ ਉਹ ਆਪਣਾ ਮੂੰਹ ਤੁਹਾਡੇ ਤੋਂ ਜਦੋਂ ਲੋਕ ਉਹਦੇ ਵੱਲ ਮੁੜੇ, ਇਸੇ ਕਰਕੇ 28 ਫਰਵਰੀ 1963 ਨੂੰ ਉਹਨੇ ਹੱਥ ਨਹੀਂ ਵਿਖਾਇਆ, ਉਹਨੇ ਪੈਰ ਨਹੀਂ ਵਿਖਾਇਆ, ਉਹਨੇ ਗੋਡਾ ਨਹੀਂ ਵਿਖਾਇਆ, ਉਹਨੇ ਮੂੰਹ ਵਿਖਾਇਆ। ਕਿਉਂਕਿ ਵਚਨ ਕਹਿੰਦਾ ਹੈ ਕਿ ਉਹ ਆਪਣਾ ਮੂੰਹ ਤੁਹਾਡੇ ਵੱਲੋਂ ਕਦੇ ਨਹੀਂ ਲੁਕਾਵੇਗਾ। ਜਦ ਤੱਕ ਲੋਕ ਮੁੜੇ ਰਹੇ ਉਹਨੇ ਮੂੰਹ ਵੀ ਲੁਕਾਈ ਰੱਖਿਆ। Yes. सच है। ਜਦ ਤੱਕ ਲੋਕ ਉਹ ਤੋਂ ਭਟਕੇ ਰਹੇ ਉਹਨੇ ਮੂੰਹ ਵੀ ਲੁਕਾਈ ਰੱਖਿਆ। ਪਰ ਜਿਵੇਂ ਲੋਕ ਮੁੜ ਕੇ ਆਏ ਮਿਸ਼ਨਾਂ ਵਿੱਚੋਂ, ਉਹਨੇ ਸਭ ਤੋਂ ਪਹਿਲਾ ਕੰਮ ਆਪਣਾ ਮੂੰਹ ਦਿਖਾਇਆ। ਔਰ ਉਹ ਮੂੰਹ ਕੀ ਸੀ? ਇੱਕ ਪੱਥਰ। ਔਰ ਉਹ ਪੱਥਰ ਕੀ ਸੀ? ਕਿਰਪਾ। आमीन। ਕਿਉਂਕਿ ਉਹ ਪੱਥਰ ਜਿਸ ਦੇ ਬਾਰੇ ਚ ਯਰੂਬਾਬਲ ਦੀ ਗੱਲ ਕੀਤੀ ਜਾ ਰਹੀ ਆ, ਯਰੂਬਾਬਲ ਨੇ ਨੀਂਹ ਰੱਖੀ ਤੇ ਯਰੂਬਾਬਲ ਹੀ ਚੋਟੀ ਦਾ ਪੱਥਰ ਲੈ ਕੇ ਆਏਗਾ। ਔਰ ਉਹ ਚੋਟੀ ਦਾ ਪੱਥਰ ਕਿਰਪਾ ਤੇ ਕਿਰਪਾ ਪੁਕਾਰਦਾ ਹੈ। ਔਰ ਇਹ ਚੋਟੀ ਦਾ ਪੱਥਰ ਕੌਣ ਹੈ? ਮਸੀਹ ਯਿਸੂ। ਔਰ ਮਸੀਹ ਯਿਸੂ ਬਾਰੇ ਯੋਹਨਾ ਪਹਿਲਾ ਅਧਿਆਇ ਚ ਲਿਖਿਆ, ਆਦ ਵਿੱਚ ਸ਼ਬਦ ਸੀ, ਸ਼ਬਦ ਖੁਦਾ ਦੇ ਨਾਲ ਸੀ ਅਤੇ ਉਹ ਕਿਰਪਾ ਤੇ ਸਚਾਈ ਨਾਲ ਭਰਪੂਰ ਹੋ ਕੇ ਸਾਡੇ ਵਿੱਚ ਵਾਸ ਕਰ ਗਿਆ। आमीन। Amen. ਮਸੀਹ ਦਾ ਮੁਖੜਾ ਕੀ ਲੈ ਕੇ ਆਉਂਦਾ? ਕਿਰਪਾ। ਹਾਲੇਲੂਇਆ। आमीन। ਫਿਰ ਉਹ ਆਪਣਾ ਮੂੰਹ ਤੁਹਾਡੇ ਤੋਂ ਕਦੇ ਨਹੀਂ ਲੁਕਾਵੇਗਾ। ਪੜੋ, ਜੇ ਤੁਸੀਂ ਉਹਦੇ ਵੱਲ ਮੁੜੋ, ਜੇ ਤੁਸੀਂ ਉਹਦੇ ਵੱਲ ਮੁੜੋ ਸੋ ਹਲਕਾਰੇ ਅਫਰਾਇਮ ਅਤੇ ਮਨਸ਼ਾ ਦੇ ਦੇਸ਼ ਵਿੱਚੋਂ ਸ਼ਹਿਰੋਂ ਸ਼ਹਿਰ ਘੁੰਮਦੇ ਹੋਏ ਜਬਲੂਨ ਤੱਕ ਆਪਣੇ। ਹਲਕਾਰੇ ਭਾਵ ਮੈਸੇਜ ਪ੍ਰੀਚਰ। आमीन। ਹਲਕਾਰੇ ਭਾਵ मैसेज प्रचार करना। ਮੈਸੇਜ ਦਾ ਪ੍ਰਚਾਰ ਕਰਨ ਵਾਲੇ। ਹਿਜ਼ਕੀਆ ਦੁਆਰਾ ਜੋ ਪੱਤਰੀਆਂ ਨਿਕਲੀਆਂ ਨੇ आमीन। ਉਹਨਾਂ ਦਾ ਪ੍ਰਚਾਰ ਕਰਨ ਵਾਲੇ ਮਨਸ਼ਾ ਤੋਂ ਇਫਰਾਇਮ ਤੱਕ ਘੁੰਮਦੇ ਹੋਏ ਸ਼ਹਿਰੋਂ ਸ਼ਹਿਰ ਜਾਂਦੇ ਰਹੇ। हालेलुया। ਤਾਂ ਕੀ ਸਲੂਕ ਹੋਇਆ ਉਹਨਾਂ ਨਾਲ? ਪੜੋ, ਜਬਲੂਨ ਤੱਕ ਆਪਣੇ, ਜਬਲੂਨ ਤੱਕ ਆਪਣੇ। ਪਰ ਉਹ ਉਹਨਾਂ ਨੂੰ ਤੁੱਛ ਜਾਣ ਕੇ ਹੱਸਦੇ। ਅੱਜ ਹੁੰਦਾ ਹੈ Yes. ਮੈਸੇਜ ਪ੍ਰੀਚਰ ਨੂੰ ਕੀ ਜਾਣਿਆ ਜਾਂਦਾ? ਤੁਸ਼। ਤੇ ਉਹਦੇ ਉੱਤੇ ਕੀ ਕੀਤਾ ਜਾਂਦਾ? ਹੱਸਿਆ। ਓਨਲੀ ਜੀਸਸ ਕਰਕੇ ਹੱਸਿਆ ਜਾਂਦਾ।
ਬ੍ਰਾਨਮ ਕ੍ਰਾਈਸਟ ਕਹਿ ਕੇ ਹੁਣ ਹੱਸਦੇ। ਹੈਗਾ ਇੱਕ ਗਰੁੱਪ Yes. ਜਿਹੜੇ ਮੰਨਦੇ ਨੇ, ਲੇਕਿਨ ਉਹ ਇੱਕ ਨੇ ਤਾਂ ਇਹ ਗਲਤੀ ਕੀਤੀ ਆ, ਪਰ ਹੁਣ ਸਾਰਿਆਂ ਤੇ ਹੀ ਹੱਸਿਆ ਜਾਂਦਾ। ਆ ਬ੍ਰਾਨਮ ਵਾਲੇ ਹਲਕਾਰਿਆਂ ਉੱਤੇ ਉਸ ਸਮੇਂ ਵੀ ਹੱਸਿਆ ਜਾ ਰਿਹਾ ਸੀ ਤੇ ਅੱਜ ਵੀ ਹੱਸਿਆ ਜਾ ਰਿਹਾ। ਤੁਹਾਡੀਆਂ ਬਾਈਬਲਾਂ 'ਚ ਲਿਖਿਆ ਹੋਇਆ ਹਲਕਾਰਿਆਂ ਉੱਤੇ, ਹਲਕਾਰਿਆਂ ਨੂੰ ਉਹਨਾਂ ਤੁੱਛ ਜਾਣਿਆ ਤੇ ਉਹਨਾਂ ਤੇ ਹੱਸਦੇ ਰਹੇ ਅਤੇ ਉਹਨਾਂ ਨੂੰ ਠੱਠੇ ਮਾਰਦੇ ਔਰ ਉਹਨਾਂ ਨੂੰ ਠੱਠੇ ਮਾਰਦੇ ਸਨ। ਤਾਂ ਵੀ ਆਸ਼ੇਰ ਅਤੇ ਮਨਸ਼ਾ ਅਤੇ ਜਬਲੂਨ ਵਿੱਚੋਂ ਕਈ ਮਨੁੱਖ ਅਧੀਨ ਹੋ ਕੇ ਯਰੂਸ਼ਲਮ ਵਿੱਚ ਆਉਣ ਲੱਗੇ। ਸਭ ਤੇ ਨਹੀਂ, Yes. ਹਲਕਾਰਿਆਂ ਦੀ ਗੱਲ ਸਭ ਤੇ ਨਹੀਂ ਮੰਨਣਗੇ, ਪਰ ਕੁਝ ਖੜੇ ਹੋਣਗੇ। ਬਹੁਤ ਵੱਡਾ ਝੁੰਡ ਤਾਂ ਠੱਠਾ ਕਰੇਗਾ, Yes. ਪਰ ਕੁਝ ਲੋਕ ਪੱਤਰੀਆਂ ਦਾ ਵਿਸ਼ਵਾਸ ਕਰਨਗੇ, ਕੁਝ ਲੋਕ ਮੈਸੇਜ ਦਾ ਵਿਸ਼ਵਾਸ ਕਰਨਗੇ ਅਤੇ ਉਹ ਗੱਲ ਮੰਨ ਕੇ ਯਰੂਸ਼ਲਮ ਚ ਪਹੁੰਚ ਜਾਣਗੇ, ਗੱਲ ਮੰਨ ਕੇ ਉਹ ਬ੍ਰਾਈਡ ਵਿੱਚ ਸ਼ਾਮਿਲ ਹੋ ਜਾਣਗੇ। ਹਾਲੇਲੂਇਆ। ਕੁਝ ਲੋਕ ਯਬੂਲੂਨ ਵਿੱਚ ਮਨੁੱਖ ਅਧੀਨ ਹੋ ਕੇ ਯਰੂਸ਼ਲਮ ਨੂੰ ਆਉਣ ਲੱਗ ਪਏ। ਹਾਂ, ਨਾਲੇ ਯਹੂਦਾ ਉੱਤੇ ਖੁਦਾ ਦਾ ਹੱਥ ਸੀ। ਯਹੂਦਾ ਉੱਤੇ ਖੁਦਾ ਦਾ ਹੱਥ ਸੀ। ਭਾਈ ਉਹਨਾਂ ਨੂੰ ਇੱਕ ਦਿਲ ਕਰੇ ਓਹ ਕਰ ਹੋ, ਦੇਵੇ। ਜਿਹੜੇ ਲੋਕ ਉੱਥੇ ਆਉਣਗੇ ਹਿਜ਼ਕੀਆ ਦਾ ਪੱਤਰ ਸੁਣ ਕੇ, ਉਹ ਆਪਣੀ ਸੰਗਤੀ ਦੇ ਅੰਦਰ ਆਪਣੇ ਪਾਤਸ਼ਾਹ ਦੇ ਨਾਲ, ਆਪਣੇ ਪ੍ਰਚਾਰਕ ਨਾਲ ਇੱਕ ਦਿਲ ਹੋਣਗੇ। Amen. ਤਾਰੀਫ ਹੋਏ। Hallelujah. ਤੁਹਾਡੀ ਬਾਈਬਲ ਕੀ ਕਹਿ ਰਹੀ ਹੈ ਕਿ ਉਹ ਪਾਤਸ਼ਾਹ ਦੇ ਨਾਲ ਇੱਕ ਦਿਲ ਹੋ ਗਏ। Amen. ਫੇਰ ਪੜੋ ਇਸ ਆਇਤ ਨੂੰ, ਨਾਲੇ ਯਹੂਦਾ ਉੱਤੇ ਖੁਦਾ ਦਾ ਹੱਥ ਸੀ ਭਈ ਉਹ ਉਹਨਾਂ ਨੂੰ ਇੱਕ ਦਿਲ ਕਰ ਦੇਵੇ। ਤਾਂ ਇਹਦਾ ਮਤਲਬ ਜਿਨ੍ਹਾਂ ਉੱਤੇ ਜਿਹੜੇ ਇੱਕ ਦਿਲ ਨਹੀਂ ਹੁੰਦੇ ਉਹਨਾਂ ਉੱਤੇ ਖੁਦਾ ਦਾ ਹੱਥ ਨਹੀਂ। ਫੇਰ ਪੜੋ ਇਸ ਆਇਤ ਨੂੰ। ਨਾਲੇ ਯਹੂਦਾ ਉੱਤੇ ਖੁਦਾ ਦਾ ਹੱਥ ਸੀ। ਭਾਈ ਉਹਨਾਂ ਨੂੰ ਇੱਕ ਦਿਲ ਕਰ ਦੇਵੇ। ਫੇਰ ਪੜੋ ਇਸ ਆਇਤ ਨੂੰ। ਨਾਲੇ ਯਹੂਦਾ ਉੱਤੇ ਖੁਦਾ ਦਾ ਹੱਥ ਸੀ ਭਈ ਉਹ ਉਹਨਾਂ ਨੂੰ ਇੱਕ ਦਿਲ ਕਰੇ। ਤੋ ਜਿਹੜਾ ਇੱਕ ਦਿਲ ਨਹੀਂ ਹੁੰਦਾ। Yes. Amen. ਪਿਛਲਾ ਹਿੱਸਾ ਕੀ ਕਹਿ ਰਿਹਾ? ਇਹਦਾ ਮਤਲਬ ਉਹਦੇ ਉੱਤੇ ਖੁਦਾ ਦਾ ਹੱਥ ਹੀ ਨਹੀਂ ਹੈ। ਜਿਸ ਬੰਦੇ ਤੇ, ਜਿਸ ਭੈਣ ਤੇ, ਜਿਸ ਭਾਈ ਤੇ ਖੁਦਾ ਦਾ ਹੱਥ ਹੈ, ਆਮੀਨ। ਉਹ ਆਪਣੇ ਪਾਸਟਰ ਨਾਲ, ਮੈਸੇਜ ਨਾਲ, ਬਾਈਬਲ ਨਾਲ ਇੱਕ ਦਿਲ ਹੋ ਗਏ। ਇੱਕ ਦਿਲ ਹੋਵੇ। ਤਾਰੀਫ ਹੋਏ। ਜਿਹੜਾ ਇੱਕ ਦਿਲ ਨਹੀਂ ਉਹ ਭਟਕਦਾ ਫਿਰੇਗਾ, ਕਦੇ ਜੰਪ ਮਾਰ ਕੇ ਇੱਧਰ ਨੂੰ ਤੇ ਕਦੇ ਜੰਪ ਮਾਰ ਕੇ ਉਧਰ ਨੂੰ, ਕਦੇ ਨੈਟ ਤੋਂ ਇਧਰੋਂ ਸੁਣ ਲੈਣਾ, ਕਦੇ ਨੈਟ ਤੋਂ ਉਧਰੋਂ ਸੁਣ ਲੈਣਾ। ਸੱਚ ਹੈ। ਪਰ ਜਿਹਦੇ ਉੱਤੇ ਖੁਦਾ ਦਾ ਕਿਰਪਾ ਵਾਲਾ ਹੱਥ ਹੈ, ਉਹ ਆਪਣੇ ਪ੍ਰਚਾਰਕ ਨਾਲ ਇੱਕ ਦਿਲ Amen. Hallelujah. ਹੋਵੇਗਾ, Hallelujah. ਇੱਕ ਮਨ ਹੋਵੇਗਾ, ਇੱਕ ਦਿਲ ਹੋਵੇਗਾ। ਹਾਂਜੀ, ਤਾਂ ਜੋ ਉਹ ਬਾਦਸ਼ਾਹ ਅਤੇ ਸਰਦਾਰਾਂ ਦਾ ਹੁਕਮ ਜੋ ਯਹੋਵਾ ਦੇ ਬਾਤ ਅਨੁਸਾਰ ਸੀ ਮੰਨ ਲੈਣ। ਪ੍ਰੇਜ਼ ਦ ਲਾਰਡ। Yes, amen. ਇੱਕ ਦਿਲ ਇਸ ਕਰਕੇ ਕੀਤੇ ਗਏ ਤਾਂ ਕਿ ਉਹ ਪਾਤਸ਼ਾਹ ਤੇ ਸਰਦਾਰ ਦਾ, ਹੁਕਮ ਮੰਨ ਲੈਣ। ਪਾਤਸ਼ਾਹ ਮਸੀਹ ਹੈ Hallelujah. ਤੇ ਸਰਦਾਰ ਪਾਸਟਰ ਹੈ। Yes. Amen. ਬੜੇ ਥੋੜੇ ਜਿਹੇ ਲੋਕ ਸਹਿਮਤੀ ਜਤਾ ਰਹੇ ਹਨ। Amen. ਪਾਤਸ਼ਾਹ ਖੁਦਾ ਹੈ ਯੀਸ਼ੂ ਮਸੀਹ Yes. ਤੇ ਸਰਦਾਰ ਕੌਣ ਹੈ? Pastor. ਗੱਲ ਮੰਨਣ ਚ ਨਹੀਂ ਆਉਂਦੀ ਤੇ ਵਿਵਸਥਾ ਸਾਰ ਦਾ ਪਹਿਲਾ ਅਧਿਆਇ ਸਾਰਾ ਪੜ੍ਹ ਲਿਓ, Yes. ਫਿਰ ਤੁਹਾਨੂੰ ਪਤਾ ਲੱਗ ਜੂਗਾ ਪਾਸਟਰ ਸਰਦਾਰ ਹੁੰਦਾ ਕਿ Hallelujah. ਨਹੀਂ ਹੁੰਦਾ। Amen. ਕਿਉਂਕਿ ਕਈ ਲੋਕਾਂ ਨੂੰ ਹਜਮ ਨਹੀਂ ਨਾ ਹੁੰਦੀ ਇਹ ਗੱਲ। Yes. ਉਸੇ ਵੇਲੇ ਢਿੱਡ ਪੀੜ ਹੋਣ ਲੱਗ ਜਾਂਦੀ ਜਦੋਂ ਪਾਸਟਰਸ ਦੀ ਸਰਦਾਰੀ ਦੀ ਗੱਲ ਆਉਂਦੀ ਹੈ। ਬਹੁਤ ਸਾਰਿਆਂ ਦੇ ਨਾ ਇਹ ਹੱਡੀ ਫਸ ਜਾਂਦੀ ਹੈ ਇੱਥੇ ਹੀ। ਉਹ ਇੱਕ ਦਿਲ ਇਸ ਕਰਕੇ ਕੀਤੇ ਗਏ ਤਾਂ ਕਿ ਉਹ ਪਾਤਸ਼ਾਹ ਤੇ ਸਰਦਾਰ ਦੀ ਗੱਲ ਮੰਨਣ, Amen. ਕਿਉਂਕਿ ਜੋ ਪਾਤਸ਼ਾਹ ਬੋਲੇਗਾ ਉਹੀ ਸਰਦਾਰ ਬੋਲੇਗਾ। Yes, amen. ਇਹਨਾਂ ਦਿਨਾਂ 'ਚ ਜੋ ਪਾਤਸ਼ਾਹ ਨੇ ਬੋਲਿਆ Amen. ਉਹੀ ਸਰਦਾਰ ਬੋਲ ਰਹੇ ਨੇ। ਜੇ ਪਾਤਸ਼ਾਹ ਤੇ ਸਰਦਾਰ ਇੱਕ ਦਿਲ ਹੋ ਗਏ ਨੇ ਤੇ ਸਾਹਮਣੇ ਸਭਾ ਨੂੰ ਵੀ ਇੱਕ ਦਿਲ ਹੋਣਾ। ਇੱਕ ਦਿਲ ਹੋ ਜਾਣਾ ਚਾਹੀਦਾ ਹੈ। Yes. Yes. ਹਾਲੇਲੂਇਆ। Amen. ਔਰ ਜੇਕਰ ਕੋਈ ਇੱਕ ਦਿਲ ਨਹੀਂ ਹੈ, ਉਹਦੇ ਅੰਦਰ ਕੋਈ ਮੂਰਤੀ ਬੈਠੀ ਹੋਈ ਹੈ, Yes.
ਉਹਦੇ ਅੰਦਰ ਕੋਈ ਮੂਰਤੀ ਬੈਠੀ ਆ। ਤੇ ਜੇ ਯਿਸੂ ਮਸੀਹ ਨੇ ਉਦੋਂ ਛਾਂਟਾ ਲਿਆ ਸੀ Amen. ਤੇ ਉਹ ਅੱਜ ਵੀ ਲਵੇਗਾ, ਕਿਉਂਕਿ ਇਹ ਮੂਰਤੀ ਜਿਹੜੀ ਆ ਤੁਹਾਨੂੰ ਕਦੇ ਵਚਨ ਨਾਲ ਇੱਕ ਹੋਣ ਨਹੀਂ ਦੇਵੇਗੀ, ਕਦੇ ਵੀ ਤੁਹਾਨੂੰ ਵਚਨ ਦੀ ਏਕਤਾ ਵਿੱਚ ਆਉਣ ਨਹੀਂ ਦੇਵੇਗੀ। ਇਸੇ ਕਰਕੇ ਪੌਲਸ ਨੇ ਕਿਹਾ ਖੁਦਾ ਦੀ ਹੈਕਲ ਦਾ ਮੂਰਤੀਆਂ ਨਾਲ ਕੀ ਵਾਸਤਾ। ਖੁਦਾ ਦੀ ਹੈਕਲ ਦਾ ਮੂਰਤੀਆਂ ਨਾਲ ਕੀ ਵਾਸਤਾ ਹੈ। ਜਾਂ ਖੁਦਾ ਨੂੰ ਰੱਖ ਲਓ ਜਾਂ ਮੂਰਤੀਆਂ ਰੱਖ ਲਓ, ਜਾਂ ਆਪਣੇ ਅੰਦਰ ਖੁਦਾ ਨੂੰ ਰੱਖ ਲਓ ਜਾਂ ਮੂਰਤੀਆਂ। Amen. ਇੱਕ ਹੀ ਰਹਿਣਾ, Amen. ਜਾਂ ਰੋਸ਼ਨੀ ਰਹੇਗੀ ਜਾਂ ਹਨੇਰਾ ਰਹੇਗਾ, ਜਾਂ ਧਰਮ ਰਹੇਗਾ ਜਾਂ ਕੁਧਰਮ ਰਹੇਗਾ, ਦੋਨਾਂ ਚੋਂ ਇੱਕ ਨਹੀਂ ਰਹਿਣਾ ਹੈ। ਇਹ ਤੁਹਾਡੀ ਮਰਜ਼ੀ ਹੈ, ਹੈਕਲ ਨੂੰ ਗੰਦਾ ਰੱਖਣਾ ਕਿ ਸਾਫ਼ ਰੱਖਣਾ, Yes. ਚਿੱਕੜ ਪਾਉਣਾ ਜਾਂ ਮੁਲਾਇਮ ਰੱਖਣਾ, ਇਹ ਤੁਹਾਡੀ ਮਰਜ਼ੀ ਹੈ। ਗੱਲ ਸਮਝੇ? Amen. ਲੇਕਿਨ ਕੁਛ ਹਨ ਜਿਨ੍ਹਾਂ ਨੇ ਪੱਤਰੀ ਨੂੰ ਮੰਨ ਲਿਆ, Yes, amen. ਕੁਛ ਹਨ ਜਿਨ੍ਹਾਂ ਨੇ ਸੰਦੇਸ਼ ਨੂੰ ਮੰਨ ਲਿਆ ਹੈ। ਉਹ ਪ੍ਰਭੂ ਭੋਜ ਲੈਣ ਲਈ ਆ ਗਏ, ਉਹ ਮੇਮਣਾ ਖਾਣ ਲਈ ਆ ਗਏ, ਕਿਉਂਕਿ ਜਦੋਂ ਮੇਮਣਾ ਖਾਧਾ ਜਾਂਦਾ ਆ ਉਦੋਂ ਅੰਦਰ ਸਾਫ਼ ਹੋਣਾ ਸ਼ੁਰੂ ਹੁੰਦਾ ਹੈ, ਕਿਉਂਕਿ ਮੇਮਣੇ ਦਾ ਆਉਣਾ ਖੁਦਾ ਦੇ ਰਾਜ ਦਾ ਆਉਣਾ ਆ, ਵਚਨ ਦਾ ਅੰਦਰ ਆਉਣਾ ਖੁਦਾ ਦੇ ਰਾਜ ਦਾ ਆਉਣਾ। ਤਾਂ ਤੁਹਾਨੂੰ ਪਤਾ ਜਦੋਂ ਖੁਦਾ ਦਾ ਵਚਨ ਅੰਦਰ ਆਉਂਦਾ ਹਰੇਕ ਮੂਰਤੀ ਗਿਰਦੀ ਆ। ਜਦੋਂ ਦਾਗੋਨ ਦੇ ਮੰਦਿਰ ਵਿੱਚ ਖੁਦਾ ਦਾ ਵਚਨ ਰੱਖ ਦਿੱਤਾ ਗਿਆ, ਦਾਗੋਨ ਦੇ ਮੰਦਿਰ ਵਿੱਚ ਖੁਦਾ ਦਾ ਸੰਦੂਕ ਰੱਖ ਦਿੱਤਾ। ਅਗਲੇ ਦਿਨ ਦਾਗੋਨੀ ਆ ਗਏ, ਕਹਿੰਦੇ ਮੂਰਤੀ ਵੀ ਵੇਖ ਕੇ ਆਉਨੇ ਆ ਤੇ ਸੰਦੂਕ ਵੀ ਵੇਖਦੇ ਆ। ਸੰਦੂਕ ਤੇ ਵੇਖ ਲਿਆ, ਪਰ ਜਦੋਂ ਮੂਰਤੀ ਵੇਖੀ ਉਹ ਮੂੰਹ ਭਰਨੇ ਗਿਰੀ ਹੋਈ ਸੀ। ਅੱਜ ਵਚਨ ਲੈ ਕੇ ਜਾਓ, ਕੱਲ ਸਵੇਰ ਤੱਕ ਮੂਰਤੀਆਂ ਗਿਰੀਆਂ ਹੋਣਗੀਆਂ। ਅੱਜ ਵਚਨ ਲੈ ਕੇ ਜਾਓ, ਹਰ ਮੂਰਤੀ ਜੋ ਤੁਹਾਡੇ ਅੰਦਰ ਬੈਠੀ ਹੋਈ ਹੈ ਉਹ ਗਿਰ ਜਾਵੇਗੀ। ਖੁਦਾਵੰਦ ਤੁਹਾਨੂੰ ਬੜੀ ਬਰਕਤ ਦੇ। ਆਓ ਸਿਰਾਂ ਨੂੰ ਝੁਕਾਉਂਦੇ ਆ, ਆਓ ਧੰਨਵਾਦ ਕਰਦੇ ਹਾਂ, ਆਓ ਪ੍ਰਭੂ ਅੱਗੇ ਪ੍ਰਾਰਥਨਾ ਕਰਦੇ ਹਾਂ। ਪ੍ਰਭੂ ਮੇਰੇ ਅੰਦਰ ਜੋ ਮੂਰਤੀਆਂ ਹਨ, ਮੇਰੇ ਅੰਦਰ ਜੋ ਮਨਮਾਨੀਆਂ ਹਨ, ਮੇਰੇ ਅੰਦਰ ਜੋ ਲਾਪਰਵਾਹੀਆਂ ਹਨ, ਅੱਜ ਉਹ ਨਿਕਲ ਜਾਣ ਪ੍ਰਭੂ। ਹਾਲੇਲੂਇਆ, ਹਾਲੇਲੂਇਆ, ਥੈਂਕ ਯੂ ਜੀਸਸ। तेरी महिमा हो। सचमुच मेरे खुदा प्यार की बड़ाई है तेरा जीवन दी गल्लां ने तेरा धन्नवाद कि जीवन दी गल्लां तेरी ही तेरा धन्नवाद तेरा महिमा में प्रभु है मेरे पिता तेरी तारीफ हो यीशु मसीह तेरा स्वागत करते इस आवाज ਨੂੰ ਤੇਰੇ ਜਦੋਂ ਆਪਣੇ ਕਹਿੰਦੇ ਚ ਲੈਂਦੇ ਹੋਏ महिमा दिंदे मेरे तेरा धन्नवाद यीशु मसीह सारी निराशा दूर कर देती सारा बंधन दबाव दूर कर देता मेरे प्रभु तू सानू दबाव तो मुक्त किया मेरे प्रभु तेरा धन्नवाद हो महिमा में प्रभु तेरा धन्नवाद इस वचन रूपी शीशे ने तेरा धन्नवाद करते मेरे प्रभु तेरी महिमा करते प्यारे पिता तेरी तारीफ करते यीशु मसीह तेरी महिमा देते मेरे I love you Lord प्रभु मुझको बना तो अपना पवित्र स्थान धोकर शुद्ध कर तू अपने लहू से मैं धन्यवाद के साथ मान कर तेरी बात Yes, Lord.
आमीन प्रभु। सब जो इस जगह पे हैं दिल तो कहिए, प्रभु मुझको बना तू अपना पवित्र स्थान, धोकर शुद्ध कर तू अपने लहू से मैं धन्यवाद के साथ मान कर तेरी बात जीऊंगा प्रभु मैं तेरे लिए, जीऊंगा प्रभु मैं तेरे लिए। ਅੱਜ ਦੇ ਇਸ ਅੱਛੇ ਵਚਨ ਦੇ ਲਈ ਅਸੀਂ ਭਾਈ ਵਰਿੰਦਰ ਨਾਲ ਮਿਲ ਕੇ ਧੰਨਵਾਦ ਦੀ ਪ੍ਰਾਰਥਨਾ ਕਰਾਂਗੇ। प्यारे आदरणीय प्रभु यीशु मसीह, फिर एक बार प्यारे पिता तेरे थैंकफुल तेरे शुक्रगुजार हैं प्यारे पिता। यस लॉर्ड। आज दिया फिर प्रभु खुदा दे द्वारा प्रभु बोलिया गई गहराइयां प्यारे पिता, यीशु मसीह प्रभु साचा प्यारे पिता, प्रभु तेरिया गहराइयां ने प्यारे पिता, प्रभु मैं विश्वास करता हूं एक एक छूया है प्यारे पिता। प्रभु होन दे प्यारे पिता, तेरा तेरिया एक गहराइयां प्यारे पिता साडे जीवन तब्दील हो जाए प्यारे पिता। ओ प्रभु साचा प्यारे पिता, जरूरी है प्यारे पिता यीशु कि असी अपने अपने आप नु तेरे अगे चुका रही है प्यारे पिता। लॉर्ड जीसस ओ प्रभु साचा प्यारे पिता, प्रभु यीशु मसीह, प्रभु तुसी साडे भाई रॉबिन नु आशीष ते बरकत दित्ती है प्यारे पिता। और प्रभु मैं विश्वास करता कि आज साडा खुदा साडे भाई दे विचों बोलिया है प्यारे पिता। यीशु मसीह ओ धन्यवाद प्यारे पिता, प्रभु यीशु मसीह धन्यवाद तेरा शुक्र। प्रभु प्रभु ताड़ा वचन आखदा है कि तुसीं सदा ही एक पर्दे दे पिछे होके गलबात करदे आ प्यारे पिता। प्रभु सानू प्यारे पिता होर ज्यादा तुसीं प्रभु कायल करो ताकि असी प्यारे पिता असी एक दूजे दे नाल प्यारे पिता ईमानदार हो सकीए प्यारे। यस आमीन कृपा करना यीशु मसीह तुसीं छोटी जी विनती प्रार्थना नु सुनिया कबूल कीता यीशु मसीह दे जिंदा नाम आमीन। आमीन। खुदावन ਤੁਹਾਨੂੰ ਸਭ ਨੂੰ ਬਹੁਤ ਬਰਕਤ ਦੇਵੇ। ਸੋ ਮੈਂ ਚਾਹਾਂਗਾ ਜਿਨ੍ਹਾਂ ਨੇ ਤੌਬਾ ਕੀਤੀ ਬਪਤਿਸਮਾ ਲਿਆ ਹੈ ਉਹ ਪ੍ਰਭੂ ਭੋਜ ਦੇ ਲਈ ਲਾਈਨ ਬਣਾ ਲੈਣ, ਘੁਟਨਿਆਂ ਦੇ ਬਲ ਹੋ ਜਾਣ, ਭੈਣਾਂ ਇਸ ਸਾਈਡ ਹੋ ਜਾਣ, ਕੁਝ ਉਧਰ ਕੰਨ ਦੇ ਨਾਲ ਹੋ ਜਾਣ ਔਰ ਇੱਕ ਗੱਬੇ ਇੱਥੇ ਲਾਈਨ ਬਣਾ ਲਈ ਜਾਵੇ। ਔਰ ਮੈਂ ਚਾਹਾਂਗਾ ਬੱਚੇ ਬਾਹਰ ਚਲੇ ਜਾਣ। ਬਾਹਰ ਦਾ ਮਤਲਬ ਇਹ ਨਹੀਂ ਕਿ ਤੁਸੀਂ ਸ਼ੋਰ ਸ਼ਰਾਬਾ ਕਰੋ, ਰੌਲਾ ਪਾਵੋ ਔਰ ਜਿਹੜੇ ਬੱਚੇ ਬੜੇ ਆ ਉਹ ਛੋਟਿਆਂ ਨੂੰ ਹੈਂਡਲ ਕਰਨ ਅਰਥਾਤ ਉਹਨਾਂ ਨੂੰ ਸੰਭਾਲਣ ਤੇ ਔਰ ਜਿਨ੍ਹਾਂ ਦੇ ਫੋਨ ਹਨ ਤੁਸੀਂ ਲੈ ਸਕਦੇ ਹੋ।